Hello students, so welcome in today's physics class. So ਅੱਜ ਅਸੀਂ ਬੇਟਾ ਜੋ ਲਾਸਟ ਟੌਪਿਕ ਅਸੀਂ ਪੜ੍ਹਿਆ ਸੀਗਾ ਪੈਰਾਲੈਕਸ ਮੈਥਡ, ਟ੍ਰਾਇੰਗੂਲੇਸ਼ਨ ਮੈਥਡ, ਠੀਕ ਹੈ। ਅਸੀਂ ਉਸ ਦੇ ਨਾਲ ਰਿਲੇਟਡ ਕੁਝ ਨਿਊਮੈਰੀਕਲਸ ਅੱਜ ਕਰਾਂਗੇ। ਤੁਹਾਡੀ NCERT ਦੀ ਬੁੱਕ ਦੇ ਵਿੱਚ ਹੈਗੇ ਆ ਨਿਊਮੈਰੀਕਲਸ, ਠੀਕ ਹੈ, ਤੇ ਉਹ ਅੱਜ ਅਸੀਂ ਉਹ ਕਰਾਂਗੇ। ਸੋ ਫਸਟ ਕੁਐਸਚਨ ਹੈ एग्जाम्पल 2.1। सो ये तुहाडी स्क्रीन के उपर है स्टेटमेंट, पढ़ लो चंगी तरह, पॉज करके पढ़ लो। इन्नी देर नहीं बेटा बस। सो बेटा स्टेटमेंट तुसी पढ़ ली होनी। सो बेसिकली ये क्वेश्चन जिहड़ा है तुसी जिहड़ा एंगल सानू डिग्री मिनट और सैकंड दे विच दिता है, ठीक है, असी उहनूं रेडियन दे विच कन्वर्ट करना है। जो एंगल सानू डिग्री मिनट्स सैकंड विच दिता है उन्होंने तुसी रेडियन दे विच कन्वर्ट करना है। सो हुण तुसी थोड़े जे हैरान होवोगे कि मिनट्स और सैकंड्स तां टाइम दी यूनिट है। जिहड़ा ए पार्ट है उत्थे है 1 डिग्री, ते जिहड़ा बी पार्ट है उत्थे है 1 मिनट, ਤੇ ਜਿਹੜਾ C ਪਾर्ट है ਉੱਥੇ है 1 ਸੈਕਿੰਡ। ਅਸੀਂ ਟਾਈਮ ਦੇ ਵਿੱਚ ਕਹਿੰਦੇ ਹੁੰਦੇ ਨਾ ਕਿ 1 ਆਰ ਹੋ ਗਿਆ, 1 ਆਰ ਇਜ਼ ਇਕੁਅਲ ਟੂ 60 ਮਿੰਟਸ, 1 ਮਿੰਟ ਇਜ਼ ਇਕੁਅਲ ਟੂ 60 ਸੈਕਿੰਡਸ। ਸੋ ਇਹ ਜਿਹੜਾ ਨਿਸ਼ਾਨ ਹੈ, ਇਹ ਜਿਹੜਾ ਸਿੰਬਲ ਹੈ ਇੱਕ ਡੈਸ਼ ਦਾ, ਸਿੰਗਲ ਡੈਸ਼ ਇਸ ਤਰ੍ਹਾਂ, ਇਹ ਹੈ ਮਿੰਟਸ ਤੇ ਡਬਲ ਡੈਸ਼ ਹੈ ਸੈਕਿੰਡਸ। ਸਿਰਫ ਜਿਹੜਾ ਆਰ ਹੈ ਉਹਦੀ ਜਗ੍ਹਾ ਤੇ ਡਿਗਰੀ ਆ ਗਿਆ, ਠੀਕ ਹੈ। ਤੇ ਜਿਸ ਤਰ੍ਹਾਂ ਆਪਾਂ ਇੱਕ ਐਂਗਲ ਸਿੰਪਲੀ ਜਿਹੜੀ ਇੱਕ ਸਟ੍ਰੇਟ ਲਾਈਨ ਹੈ ਉਹਦੇ ਚ ਇਹ ਐਂਗਲ ਕਿੰਨਾ 180 ਡਿਗਰੀ ਹੈ। ਕਿੰਨਾ ਐਂਗਲ ਹੈ 180 ਡਿਗਰੀ। ਜੇ ਅਸੀਂ ਇਹਨੂੰ 180 ਪਾਰਟਸ ਦੇ ਵਿੱਚ ਇਸ ਤਰ੍ਹਾਂ ਡਿਵਾਈਡ ਕਰ ਦਈਏ, ਇਸ ਤਰ੍ਹਾਂ ਡਿਵਾਈਡ ਕਰ ਦਈਏ ਇਸ ਤਰ੍ਹਾਂ, ਤਾਂ ਜਿਹੜਾ ਸਾਡੇ ਕੋਲ ਇਹ ਸਭ ਤੋਂ ਛੋਟਾ ਐਂਗਲ ਜਿਹੜਾ ਇੱਥੇ ਆਏਗਾ ਉਹ ਆਏਗਾ 1 ਡਿਗਰੀ। ਕਿੰਨਾ ਆਏਗਾ 1 ਡਿਗਰੀ, ਠੀਕ ਹੈ ਨਾ। ਜੇ ਇਸ ਡਿਗਰੀ ਦੇ ਅੱਗੇ ਅਸੀਂ 60 मतलब पार्ट्स कर दिए तो ਉਹਦੇ ਚੋਂ ਇੱਕ ਪਾਰਟ ਕਿੰਨਾ ਹੋਏਗਾ 1 ਮਿੰਟ ਹੋਏਗਾ। ਔਰ ਜੇ ਉਸ 1 ਮਿੰਟ ਦੇ ਅਸੀਂ ਅੱਗੇ 60 ਹਿੱਸੇ ਕਰ ਦਈਏ ਤਾਂ ਉਹ ਕਿੰਨਾ ਹੋ ਜਾਏਗਾ, ਇਹ ਤਾਂ 60 ਸੈਕਿੰਡਸ, ਠੀਕ ਹੈ ਨਾ। ਸੋ ਇਹ ਐਕੂਰੇਸੀ ਦੀ ਗੱਲ ਹੈ ਕਿ ਅਸੀਂ ਇੱਕ ਡਿਗਰੀ ਹੀ ਬਹੁਤ ਛੋਟਾ, ਜਿਹੜਾ ਸਿੰਪਲ ਤੁਸੀਂ ਆਪਣੇ ਘਰਾਂ ਦੇ ਵਿੱਚ ਡੀ ਯੂਜ਼ ਕਰਦੇ ਹੋ। ਸੋ ਇਹ ਪ੍ਰੋਟੈਕਟਰ ਹੈ, ਠੀਕ ਹੈ ਨਾ। ਇਹਦੇ 'ਚ ਜੇ ਆਪਾਂ ਦੇਖੀਏ ਤਾਂ ਇੱਥੋਂ 0 ਤੋਂ ਸਟਾਰਟ ਹੋ ਕੇ 180 ਡਿਗਰੀ ਤੱਕ ਚਲਾ ਗਿਆ, ਹੈ ਨਾ। ਤੇ ਆ ਜਿਹੜੇ ਬਿਲਕੁਲ ਛੋਟੇ ਛੋਟੇ ਪਾਰਟਸ ਹੈ ਜਿਹੜੇ ਤੁਹਾਨੂੰ ਆ ਦਿਖਾਈ ਦੇ ਰਹੇ ਆ ਵਿੱਚ, ਠੀਕ ਹੈ ਨਾ। ਸੋ ਇਹ ਇੱਕ ਇੱਕ ਡਿਗਰੀ ਦੇ ਪਾਰਟਸ ਹੈ। ਸੋ ਇਹ ਦੇਖੋ ਵੀ ਇੱਕ ਡਿਗਰੀ ਜਿਹੜਾ ਹੈ ਬਿਲਕੁਲ ਛੋਟਾ ਜਿਹਾ ਪਾਰਟ ਹੈ, ਔਰ ਇਹਨੂੰ ਵੀ ਅਸੀਂ ਅੱਗੇ 60 ਹਿੱਸਿਆਂ 'ਚ ਡਿਵਾਈਡ ਕਰਨਾ। ਔਰ ਉਹ ਜਿਹੜੇ 60 ਹਿੱਸਿਆਂ 'ਚ ਡਿਵਾਈਡ ਕਰਤਾ ਉਹਨੂੰ ਫਿਰ ਅੱਗੇ ਅਸੀਂ ਅਗੇਨ ਇੱਕ ਪਾਰਟ ਨੂੰ 60 ਹਿੱਸਿਆਂ 'ਚ ਡਿਵਾਈਡ ਕੀਤਾ, ਤਾਂ ਜਾ ਕੇ ਸਾਡੇ ਕੋਲੇ ਸੈਕਿੰਡਸ ਵਾਲੀ ਯੂਨਿਟ ਆਈ, ਠੀਕ ਹੈ। ਸੋ ਇਹ ਬਹੁਤ ਹੀ ਛੋਟਾ ਐਂਗਲ ਹੈ 1 ਸੈਕਿੰਡ, ਜਿਹਨੂੰ ਆਪਾਂ ਕਹਿੰਦੇ ਬਹੁਤ ਹੀ ਜ਼ਿਆਦਾ ਛੋਟਾ ਐਂਗਲ ਹੈ, ਠੀਕ ਹੈ। ਤੇ ਹੁਣ ਕਿਉਂਕਿ ਇੱਥੇ ਕਨਵਰਸ਼ਨ ਦੀ ਗੱਲ ਹੈ, ਡਿਗਰੀ ਤੇ ਪਾਈ ਨੂੰ ਇੰਟਰ ਕਨਵਰਟ ਕਰਨਾ, ਆਪਾਂ ਇੱਕ ਦੂਜੇ 'ਚ ਕਨਵਰਟ ਕਰਨਾ। ਇੱਥੇ ਸਾਡੇ ਕੋਲ ਡਿਗਰੀ ਦਿੱਤੀ ਹੋਈ, ਮਿੰਟ ਦਿੱਤਾ ਹੋਇਆ, ਸੈਕਿੰਡ ਦਿੱਤਾ ਹੋਇਆ, ਔਰ ਅਸੀਂ ਇਹਨੂੰ ਕਿਹਦੇ 'ਚ ਕਨਵਰਟ ਕਰਨਾ, ਅਸੀਂ ਇਹਨੂੰ ਰੇਡੀਅਨ 'ਚ ਕਨਵਰਟ ਕਰਨਾ, ਠੀਕ ਹੈ। ਤੇ ਰੇਡੀਅਨ 'ਚ ਕਨਵਰਟ ਕਰਨ ਵਾਸਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਰੇਡੀਅਨ ਕਿਹਨੂੰ ਕਹਿੰਦੇ। ਸੋ ਆਪਾਂ ਇੱਕ ਵਾਰੀ ਰੇਡੀਅਨ ਤੇ ਥੋੜੀ ਜਿਹੀ ਨਜ਼ਰ ਮਾਰੀਏ ਵੀ ਰੇਡੀਅਨ ਆਪਾਂ ਕਿਹਨੂੰ ਕਹਿੰਦੇ। ਸੋ ਰੇਡੀਅਨ ਜਿਹੜਾ ਹੈ ਉਹਦੇ 'ਚ ਇਹ ਆਪਾਂ ਇੱਕ ਸਰਕਲ ਡਰਾ ਕਰਦੇ ਹਾਂ, ਠੀਕ ਹੈ। ਤੇ ਇਹ ਸਰਕਲ ਦਾ ਸੈਂਟਰ ਹੈ। ਸੋ ਇਹ ਸਰਕਲ ਦਾ ਰੇਡੀਅਸ ਹੈ, ਰੇਡੀਅਸ, ਠੀਕ ਹੈ। ਤੁਸੀਂ ਕਈ ਵਾਰੀ ਕਲਾਸ ਦੇ ਵਿੱਚ ਤੁਹਾਨੂੰ ਟੀਚਰ ਨੇ ਕਿਹਾ ਕਿ 60 ਡਿਗਰੀ ਦਾ ਐਂਗਲ ਬਣਾਓ, ਠੀਕ ਹੈ। ਤੁਸੀਂ ਇੱਕ ਲਾਈਨ ਡਰਾ ਕਰਦੇ ਹੋ, ਠੀਕ ਹੈ। ਤੁਸੀਂ ਇਦਾਂ ਇੱਕ ਲਾਈਨ ਡਰਾ ਕੀਤੀ ਤੇ ਉਹਦੇ ਤੇ ਇੱਕ ਆਰਕ ਲਗਾਈ, ਹੈ ਨਾ। ਤੇ ਜਿੰਨੀ ਤੁਸੀਂ ਆਰਕ ਲਗਾਈ, ਇਹ ਜਿੰਨਾ ਇੱਥੇ ਰੇਡੀਅਸ ਲਿਆ ਉਹਨੂੰ ਹੀ ਇੱਥੇ ਉਹਦੇ ਨਾਲ ਹੀ ਕੱਟ ਦਿੱਤਾ, ਇਦਾਂ ਇੱਥੇ ਕੱਟ ਦਿੱਤਾ। ਸੋ ਇੱਥੇ ਸਾਡੇ ਕੋਲ ਰੇਡੀਅਸ ਕਿੰਨਾ ਹੈ, ਆਹ ਰੇਡੀਅਸ ਹੈ ਸਾਡੇ ਕੋਲ ਇੰਨਾ, ਠੀਕ ਹੈ। ਤੇ ਇਹਦੇ 'ਚ ਮੈਂ ਚਾਕ ਲਗਾ ਲੈਣਾ ਇਦਾਂ। ਸੋ ਇਹ ਮੇਰੇ ਕੋਲ ਇੰਨਾ ਰੇਡੀਅਸ ਹੈ, ਠੀਕ ਹੈ ਨਾ, ਆਹ ਰੇਡੀਅਸ ਹੈ।
ਤੇ ਇੰਨਾ ਹੀ ਮੈਨੂੰ ਅੱਗੇ ਕੱਟ ਲਿਆ, ਇਹ ਦੇਖੋ। ਸੋ ਇੰਨਾ ਹੀ ਮੈਂ ਇਹਨੂੰ ਇੱਥੋਂ ਇੱਥੇ ਕੱਟ ਲਿਆ। ਸੋ ਮੇਰੇ ਕੋਲ ਇਹ ਐਂਗਲ ਕਿੰਨੇ ਡਿਗਰੀ ਬਣ ਗਿਆ? ਇਹ ਐਂਗਲ ਬਣ ਗਿਆ ਮੇਰੇ ਕੋਲ 60 ਡਿਗਰੀ। ਠੀਕ ਹੈ, ਕਿੰਨੇ ਡਿਗਰੀ ਐਂਗਲ ਬਣ ਗਿਆ ਇਹ? 60 ਡਿਗਰੀ। ਅੱਛਾ, ਜੇ ਮੈਂ ਮਤਲਬ ਇਸੇ ਡਿਸਟੈਂਸ ਨੂੰ, ਸਪੋਜ਼ ਆਹੀ ਡਿਸਟੈਂਸ ਹੈ ਮੇਰੇ ਕੋਲ, ਇੰਨਾ ਹੀ ਡਿਸਟੈਂਸ ਹੈ ਇੱਥੋਂ ਲੈ ਕੇ ਇੱਥੇ ਤੱਕ। ਹੁਣ ਮੈਂ ਬਿਲਕੁਲ ਇਹਨੂੰ ਸਟ੍ਰੇਟ ਨਹੀਂ ਰੱਖਿਆ। ਦੇਖੋ, ਜਦੋਂ ਮੈਂ ਇਹਨੂੰ ਸਟ੍ਰੇਟ ਰੱਖਿਆ, ਜਦੋਂ ਇਹਨੂੰ ਮੈਂ ਇਸ ਤਰ੍ਹਾਂ ਸਟ੍ਰੇਟ ਰੱਖਿਆ ਤਾਂ ਤੁਸੀਂ ਦੇਖ ਰਹੇ ਹੋ ਕਿ ਆਰਕ ਜਿਹੜੀ ਹੈ ਉਹ ਬਾਹਰੋਂ ਦੀ ਜਾ ਰਹੀ ਹੈ। ਜਿਹੜੀ ਇਹ ਆਰਕ ਹੈ, ਜੇ ਇਹਨੂੰ ਮੈਂ ਇਦਾਂ ਸਟ੍ਰੇਟ ਰੱਖਾਂ ਤਾਂ ਆਰਕ ਬਾਹਰੋਂ ਬਾਹਰ ਜਾ ਰਹੀ ਹੈ। ਜੇ ਮੈਂ ਇਸ ਥ੍ਰੈਡ ਨੂੰ ਬਿਲਕੁਲ ਆਰਕ ਦੇ ਉੱਪਰ ਇਸ ਤਰ੍ਹਾਂ ਲੈ ਜਾਵਾਂ, ਕਰਦੇ ਹੋਏ ਇਸ ਤਰ੍ਹਾਂ ਕਰਦੇ ਹੋਏ ਲੈ ਜਾਵਾਂ, ਤਾਂ ਇਹ ਲਗਭਗ ਥੋੜਾ ਜਿਹਾ ਪਹਿਲਾਂ ਹੀ ਨਿਸ਼ਾਨ ਇੱਥੇ ਆ ਜਾਏਗਾ। ਠੀਕ ਹੈ, ਸੋ ਮਤਲਬ ਕਹਿਣ ਦਾ ਕਿ ਜਿੰਨੀ ਲੈਂਥ ਇਹ ਹੈ, ਉਹਨੂੰ ਮੈਂ ਥ੍ਰੈਡ ਨੂੰ ਮੋੜਦੇ ਹੋਏ ਮੈਂ ਇੱਥੇ ਤੱਕ ਲੈ ਗਿਆ ਔਰ ਇਹ ਇੱਥੇ ਤੱਕ ਪਹੁੰਚਿਆ, ਕਿਉਂਕਿ ਡਾਇਰੈਕਟ ਜਿਹੜਾ ਹੈ ਉਹਨੇ ਡਿਸਟੈਂਸ ਜ਼ਿਆਦਾ ਕਵਰ ਕਰ ਲੈਣਾ। ਜਦੋਂ ਬਿਲਕੁਲ ਆਰਕ ਦੇ ਉੱਪਰ ਥ੍ਰੈਡ ਜਾਊਗਾ ਤਾਂ ਥੋੜਾ ਜਿਹਾ ਘੱਟ ਡਿਸਟੈਂਸ ਕਵਰ ਕਰੇਗਾ। ਹੁਣ ਮੈਂ ਜਦੋਂ ਇਹਨੂੰ ਇਹਦੇ ਨਾਲ ਮਿਲਾਇਆ, ਇਸ ਤਰ੍ਹਾਂ ਮਿਲਾਇਆ, ਤਾਂ ਮੈਂ ਇਹ ਕਹਿ ਸਕਦਾ ਕਿ ਜਿਹੜੀ ਆਹ ਲੈਂਥ ਹੈ ਉਹ ਬਿਲਕੁਲ ਇਹਦੇ ਇਕੁਅਲ ਸੀਗੀ। ਯਾਨੀ ਕਿ ਜੇ ਇਹ ਇਸ ਰੇਡੀਅਸ ਨੂੰ ਆਪਾਂ r ਮੰਨ ਲਈਏ, ਠੀਕ ਹੈ, ਔਰ ਇਹ ਆਰਕ ਵੀ ਮੇਰੇ ਕੋਲ r ਆ ਗਈ। ਠੀਕ ਹੈ, ਔਰ ਜੇ ਮੈਂ ਇਸ ਆਰਕ ਦੀ ਲੈਂਥ ਨੂੰ ਡਿਵਾਈਡ ਕਰਾਂ ਰੇਡੀਅਸ ਦੇ ਨਾਲ, ਤਾਂ ਆਰਕ ਦੀ ਲੈਂਥ ਕਿੰਨੀ ਹੈ ਮੇਰੇ ਕੋਲ? r, ਔਰ ਰੇਡੀਅਸ ਕਿੰਨਾ ਹੈ? r, ਤੇ r ਨਾਲ r ਕੱਟ ਕੇ ਕਿੰਨਾ ਆ ਜਾਏਗਾ? 1। ਸੋ ਇਹ 1 क्या है? इस 1 की यूनिट क्या होएगी? इस 1 की यूनिट होएगी रेडियन। ठीक है ना? सो इन्ना 1 रेडियन होता है। ठीक है, ये 1 रेडियन है इन्ना। ते हुण देखो, जदों 1 रेडियन इन्ना हो गया, ठीक है, जे मैं इधर निशान लगावा, देखो इस तरह निशान लगा लिया। हुण मैं इनू इदां डायरैक्ट मेजर कर लेना कि डायरैक्ट कितना होया। देखो मैं इनू डायरैक्ट मेजर किया, सो मेरे को आया इत्थों लैके इत्थों तक 1, ते फिर मैं इनू इत्थों इधर कर लिया, इत्थे हो गया 2, फिर मैं इनू तीजी बारी इत्थे कर लिया, ये हो गया 3। हुण थोड़ा जिहा अगे होर बचे इत्थों तक, आ डिस्टेंस थोड़ा जिहा होर बचा। ठीक है ना? सो हुण तुसी मैंसूरेशन कीती सीगी 10वीं च, ठीक है ना? मैंसूरेशन कीती सीगी, उत्थे पाई दी वैल्यू कितनी सीगी? व्हाट इज पाई? तुहानूं सारिआं नूं पता है कितनी वैल्यू है? 22/7। ते जे असीं इहनूं डेसीमल च पता करना होवे फिर कितनी आ गई? 3.14। हुण देखो इत्थे भी जिहड़ा है, इत्थों जदों आपां शुरू कीता 0, इत्थे 1, इत्थे 2 ते इत्थे 3, आ वाले 3। हुण जिहड़ा 0.14 रह गया वो आ पार्ट है, आ पॉइंट जिहड़ा है ये 0.14 है। सो जदों असीं इस एंगल नूं मेजर कीता, तां जे असीं इहनूं डिग्री च देखना होवे फिर कितना होया? हाफ सर्कल कितना हुंदा ये हाफ सर्कल हुंदा 180 डिग्री। ठीक है, 180 डिग्री, और 180 डिग्री किहदे इक्वल टू आ गया? पाई दे। सो इट मीन्स 180 डिग्री इज इक्वल टू पाई रेडियन। समझ आ गई ना पाई किस तरह आया? 3.14 ਉਹਦੀ वैल्यू है। ठीक है ना? सो ਅਸੀਂ ਕੀਤਾ आर्क डिवाइडेड बाय रेडियस। सो ਜਦੋਂ आर्क ਨੂੰ ਆਪਾਂ रेडियस ਨਾਲ डिवाइड ਕੀਤਾ, ਜੇ ਤਾਂ आर्क ਸਾਡੀ ਬਿਲਕੁਲ रेडियस ਦੇ ਇਕੁਅਲ ਹੈ, ਬਿਲਕੁਲ। ਜੇ रेडियस ਸਾਡੇ ਕੋਲ 5 सेंटीमीटर ਤਾਂ आर्क भी मान लो 5 है, तो 5 ਨਾਲ 5 ਕੱਟ ਕੇ 1 आ गया, और ਉਹਦੀ यूनिट क्या आएगी? रेडियन आएगी। बेटा ਇਹ ਗੱਲ ਤੁਹਾਨੂੰ ਮੈਂ ਇਸ ਲਈ ਸਮਝਾ ਰਿਹਾ ਹਾਂ ਕਿਉਂਕਿ ਜਿਹੜੇ ਵੀ ਤੁਸੀਂ ਹੁਣ ਨੂਮੈਰੀਕਲਸ ਕਰਨੇ ਆ, ਪੈਰਾਲੈਕਸ ਮੈਥਡ ਦੇ ਨੂਮੈਰੀਕਲ ਜਿੰਨੇ ਵੀ ਤੁਸੀਂ ਕਰੋਗੇ, ਉਹਨਾਂ ਸਾਰਿਆਂ ਦੇ ਵਿੱਚ ਜਦੋਂ ਤੁਸੀਂ ਆਰਕ ਓਵਰ ਰੇਡੀਅਸ ਇਜ਼ ਇਕੁਅਲ ਟੂ ਥੀਟਾ ਕਰੋਗੇ, ਉੱਥੇ ਜਿਹੜੀ ਥੀਟੇ ਦੀ ਵੈਲਿਊ ਹੈ ਉਹ ਹਮੇਸ਼ਾ ਰੇਡੀਅਨ ਵਿੱਚ ਹੀ ਪੁੱਟ ਕਰਨੀ ਹੈ। ਮੈਂ ਰਿਪੀਟ ਕਰਨ ਲੱਗਾ, ਦੁਬਾਰਾ ਸੁਣ ਲਓ ਕਿ ਜਦੋਂ ਵੀ ਅਸੀਂ ਪੈਰਾਲੈਕਸ ਮੈਥਡ ਦਾ ਕੋਈ ਵੀ ਨੂਮੈਰੀਕਲ ਕਰਾਂਗੇ, ਜਦੋਂ ਅਸੀਂ ਆਰਕ ਓਵਰ ਰੇਡੀਅਸ ਕਰਾਂਗੇ, ਠੀਕ ਹੈ ਨਾ, ਕਿਸੇ ਮੂਨ ਦੀ ਆਪਾਂ ਡਾਇਮੀਟਰ ਪਤਾ ਕਰਨਾ,
ਜਾਂ ਕਿਸੇ ਸਟਾਰ ਦੀ ਆਪਾਂ ਦੂਰੀ ਪਤਾ ਕਰਨੀ, ਆਪਾਂ ਉੱਥੇ ਇਹ ਫਾਰਮੂਲਾ ਯੂਜ਼ ਕਰਦੇ ਨਾ, ਆਰਕ ਓਵਰ ਰੇਡੀਅਸ ਇਜ਼ ਇਕੁਅਲ ਟੂ ਥੀਟਾ। ਸੋ ਉਸ ਥੀਟੇ ਦੀ ਜਗ੍ਹਾ ਤੇ ਜਿਹੜਾ ਵੀ ਤੁਸੀਂ ਐਂਗਲ ਪੁੱਟ ਕਰੋਗੇ, ਉਸ ਐਂਗਲ ਦੀ ਯੂਨਿਟ ਕਿਹੜੀ ਹੋਏਗੀ? ਉਸ ਐਂਗਲ ਦੀ ਯੂਨਿਟ ਰੇਡੀਅਨ ਹੋਣੀ ਚਾਹੀਦੀ, ਨਾ ਕਿ ਡਿਗਰੀ ਹੋਣੀ ਚਾਹੀਦੀ। ਜੇਕਰ ਤੁਹਾਨੂੰ ਸਟੇਟਮੈਂਟ ਦੇ ਵਿੱਚ ਉਹ ਵੈਲਿਊ ਜਿਹੜੀ ਹੈ ਉਹ ਡਿਗਰੀ 'ਚ ਦਿੱਤੀ ਹੋਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਕਾਹਦੇ 'ਚ ਕਨਵਰਟ ਕਰ ਲੈਣਾ? ਰੇਡੀਅਨ ਵਿੱਚ ਕਨਵਰਟ ਕਰ ਲੈਣਾ। और रेडियन से कन्वर्ट करने का फार्मूला क्या है? पाई रेडियन इज इक्वल टू 180 डिग्री और 180 डिग्री इज इक्वल टू पाई रेडियन। हुण जिस तरह 180 डिग्री पाई रेडियन के बराबर आ गया, जे समझो 360 डिग्री हो फिर कितना होएगा? ठीक है ना, ये तो डबल हो गया, सो इत्थे भी 2 पाई रेडियन हो गया। हुण जिहड़ा आपां इत्थे 60 डिग्री एंगल साडा इत्थे आया सीगा, 60 डिग्री इज इक्वल टू हाउ मैनी रेडियंस? जे असीं 60 पता करना होवे तो 60 बराबर कितने दे आ गया? 60 इज इक्वल टू, हुण देखो 180 का 1/3 60 हुंदा, 60 इंटू 3 180, यानी कि 180 ਨੂੰ ਜੇ ਆਪਾਂ 3 ਨਾਲ ਡਿਵਾਈਡ ਕਰੀਏ ਤਾਂ ਸਾਡੇ ਕੋਲ 60 ਆਣਾ। ਇਹਦਾ ਮਤਲਬ ਆਪਾਂ ਦੋਨਾਂ ਪਾਸੇ 3 ਨਾਲ ਡਿਵਾਈਡ ਕਰ ਦਿੱਤਾ, 180 ਨੂੰ 3 ਨਾਲ ਕੀਤਾ 60 ਆ ਗਿਆ, ਪਾਈ ਨੂੰ ਕੀਤਾ ਤਾਂ ਸਾਡੇ ਕੋਲ ਆ ਗਿਆ π/3 ਰੇਡੀਅਨ। ਸੋ ਜਦੋਂ ਅਸੀਂ ਇਹਦੀ ਵੈਲਿਊ ਕੱਢਾਂਗੇ ਤਾਂ ਪਾਈ ਦੀ ਜਗ੍ਹਾ ਅਸੀਂ 22/7 ਪੁੱਟ ਕਰ ਦਾਂਗੇ। ਸੋ ਜਦੋਂ π/3 ਚ 22/7 ਹੋਏਗਾ ਤਾਂ ਥੱਲੇ ਕਿਉਂਕਿ ਆਲਰੇਡੀ ਇੱਥੇ 3 ਹੈਗਾ ਇੱਕ, ਸੋ ਇਹ ਆ ਜਾਏਗਾ 22 ਡਿਵਾਈਡਡ ਬਾਈ 21, ਕਿਉਂਕਿ 7 3 ਦਾ ਥੱਲੇ 21 ਹੋ ਗਏ, 7 3 21 ਹੋ ਗਏ। ਇਸ ਕਰਕੇ ਇਹਦੀ ਵੈਲਿਊ ਕਿੰਨੀ ਆਏਗੀ? 22/21 ਰੇਡੀਅਨ। ਜੇ 60 ਡਿਗਰੀ ਤੁਹਾਡੇ ਕੋਲ ਐਂਗਲ ਆ ਜਾਵੇ ਔਰ ਜੇ 30 ਡਿਗਰੀ ਆ ਜਾਵੇ ਫਿਰ ਤਾਂ ਇਹਦਾ ਵੀ ਅੱਧ ਕਰ ਦਿਓ। ਸੋ 60 ਡਿਗਰੀ ਦਾ ਅੱਧ ਕੀਤਾ 30, π/3 ਦਾ ਅੱਧ ਕੀਤਾ ਬਟਾ 2 ਕਰ ਦਿਓ, 3 दूनी 6, π/6 रेडियन हो गया। ठीक है ना। सो कुछ वैल्यूज मैं ਤੁਹਾਨੂੰ ਇੱਥੇ ਲਿਖ ਕੇ ਦੱਸ ਦਿੰਦਾ। ਸੋ ਹੁਣ ਅਸੀਂ ਇਹ ਸਿੱਖ ਲਿਆ ਬੇਟੇ ਕਿ 2π रेडियन ਜਿਹੜਾ ਹੈ ਉਹ ਕਿਹਦੇ ਇਕੁਅਲ ਟੂ ਹੈ? 360 डिग्री ਦੇ ਇਕੁਅਲ ਹੈ। ठीक है, ਤੇ 180 डिग्री π रेडियन हो गया। ठीक है, ਤੇ ਜੇ ਆਪਾਂ 90 डिग्री कर दईए ਤਾਂ ਇੱਥੇ ਵੀ ਹਾਫ ਕਰ ਦਿਓ, π/2 रेडियन हो गया। ठीक है ना। जे ਆਪਾਂ ਇਹਦਾ 1/3 कर दईए, 180 ਨੂੰ 3 ਨਾਲ डिवाइड कर दईए 60 डिग्री आ गया, और इधर भी 3 ਨਾਲ डिवाइड कर दो π/3 आ गया, π/3 रेडियन। समझ आ गई ना गल। सो इस तरीके नाल जे मान लो 30 डिग्री का पता करना होवे तो 30 डिग्री 60 ਦਾ ਹਾਫ 30, π/3 ਦਾ ਹਾਫ, π/3 डिवाइडेड बाय 2, सो कितना आ गया? π/6। सो 30 डिग्री इज इक्वल टू π/6 रेडियन, π/6 रेडियन। सो इस तरह ਅਸੀਂ ਇਹ ਵੈਲਿਊਜ਼ ਜਿਹੜੀਆਂ ਹੈ ਇਹ ਪੁੱਟ ਕਰਨੀਆਂ। ਸੋ ਹੁਣ ਅਸੀਂ ਇੱਥੇ ਦੇਖੋ 1 ਡਿਗਰੀ ਜਿਹੜਾ ਹੈ ਉਹ 60 ਮਿੰਟ ਹੈ, 1 ਮਿੰਟ ਜਿਹੜਾ ਉਹ 60 ਸੈਕਿੰਡ ਹੈ। ठीक है, तो ਅਸੀਂ ਵੈਲਿਊ ਕਾਹਦੀ ਪਤਾ ਕਰਨੀ ਹੈ? ਅਸੀਂ 1 डिग्री इक्वल टू पता करना। ਹੁਣ ਜੇ ਮੰਨ ਲਓ ਅਸੀਂ ਇੱਥੇ 1 डिग्री पता करना ਹੋਵੇ ਤਾਂ ਬੜਾ ਸਿੰਪਲ ਤਰੀਕਾ ਹੈ। ਹੁਣ ਦੇਖੋ ਜਿਸ ਤਰ੍ਹਾਂ ਸਾਡੇ ਕੋਲ ਬੇਸਿਕ ਫਾਰਮੂਲਾ ਇਹ ਆ ਗਿਆ 360 डिग्री इज इक्वल टू 2π रेडियन। ਹੁਣ ਜੇ A ਪਾਰਟ ਦੀ ਮੈਂ ਗੱਲ ਕਰਾਂ, ਇਹ ਜਿਹੜਾ A ਪਾर्ट ਹੈ ਇਸ ਕੁਐਸਚਨ ਦਾ ਜੇ ਮੈਂ ਸੋਲਵ ਕਰਾਂ ਇਹਨੂੰ ਤਾਂ 360 डिग्री इज इक्वल टू 2π रेडियन एंड 1 डिग्री इज इक्वल टू 2π डिवाइडेड बाय 360। ठीक है। सो जो इन्हों डिवाइड किया तो इतने आ गया 180 तो ये आ गया पाई की वैल्यू कितनी है? 22/7। सो इतने आ गया 22/7, 180 इतने ऑलरेडी है मेरे को। सो जो मैं इनू सॉल्व करूँगा तो 22/7 इंटू जरा थले 180 डिग्री है ये वैल्यू आ जाएगी मेरे को 1.745 इंटू 10⁻⁻2 रेडियन, इतनी वैल्यू आ जाएगी। सो इस तरह 1 डिग्री ਨੂੰ मैं रेडियन ਦੇ ਵਿੱਚ कन्वर्ट कर सकता। ठीक है। ਹੁਣ ਆਪਾਂ ਇਹਦਾ B ਪਾर्ट ਕਰਦੇ ਹਾਂ। ਸੋ ਬੇਟਾ ਹੁਣੇ ਅਸੀਂ ਇਹ ਫਾਈਂਡ ਕੀਤਾ ਕਿ ਜਿਹੜਾ 1 डिग्री है, ठीक है, ਉਹ ਇਜ਼ ਇਕੁਅਲ ਟੂ ਕਾਹਦੇ ਸੀਗਾ? ਜਦੋਂ ਆਪਾਂ ਉਹਨੂੰ ਰੇਡੀਅਨ ਚ ਕਨਵਰਟ ਕੀਤਾ ਤਾਂ ਕਿੰਨਾ ਆ ਗਿਆ ਸਾਡੇ ਕੋਲ? 1.745 ਇੰਟੂ
10 रेज़ टू पावर -2 रेडियन। ठीक है, ਹੁਣ ਇਹਦਾ ਜਿਹੜਾ ਸੈਕੰਡ ਪਾਰਟ ਹੈ ਉਹਦੇ ਚ ਉਹਨੇ ਕਿਹਾ ਕਿ 1 ਮਿੰਟ ਇਜ਼ ਇਕੁਅਲ ਟੂ ਕਿੰਨੇ ਰੇਡੀਅਨ ਹੋਏਗਾ। 1 ਮਿੰਟ ਇਜ਼ ਇਕੁਅਲ ਟੂ ਕਿੰਨੇ ਰੇਡੀਅਨ ਹੋਏਗਾ। ਹੁਣ ਬੇਟੇ ਜਿਹੜਾ 1 ਡਿਗਰੀ ਹੈ, ਜਿਸ ਤਰ੍ਹਾਂ ਅਸੀਂ ਟਾਈਮ ਦੇ ਯੂਨਿਟ ਚ ਕਹਿੰਦੇ ਨਾ ਕਿ 1 ਆਰ ਇਜ਼ ਇਕੁਅਲ ਟੂ 60 ਮਿੰਟਸ, 1 ਆਰ ਇਜ਼ ਇਕੁਅਲ ਟੂ 60 ਮਿੰਟਸ। ਇਸੇ ਤਰ੍ਹਾਂ ਐਂਗਲ ਦੇ ਕੇਸ ਵਿੱਚ 1 ਡਿਗਰੀ ਇਜ਼ ਇਕੁਅਲ ਟੂ ਕਾਹਦੇ ਹੁੰਦਾ, 60 ਮਿੰਟਸ ਦੇ ਬਰਾਬਰ ਹੁੰਦਾ। ਉਹਨੂੰ ਵੀ ਆਪਾਂ 60 ਮਿੰਟਸ ਹੀ ਕਹਿੰਦੇ। ਠੀਕ ਹੈ, ਸੋ ਜੇ ਮੈਂ ਇੱਥੇ ਇਹਨੂੰ ਲਿਖ ਦੇਵਾਂ, ਜਿਹੜਾ 1 ਡਿਗਰੀ ਹੈ ਉਹ ਹੋ ਗਿਆ 60 ਮਿੰਟਸ। ਸੋ ਇਹਦਾ ਮਤਲਬ 60 ਮਿੰਟਸ ਔਰ 1 ਡਿਗਰੀ ਚ ਕੋਈ ਫਰਕ ਨਹੀਂ ਹੋਇਆ। 1 ਡਿਗਰੀ ਔਰ 60 ਮਿੰਟ ਚ ਕੋਈ ਫਰਕ ਨਹੀਂ ਹੋਇਆ। ਸੋ ਜੇ 1 ਡਿਗਰੀ ਦੇ ਇਕੁਅਲ ਟੂ ਹੈ ਤਾਂ ਮਤਲਬ 60 ਮਿੰਟ ਵੀ ਦੇ ਇਕੁਅਲ ਟੂ ਹੋਏਗਾ। ਸੋ 60 ਮਿੰਟ ਇਜ਼ ਇਕੁਅਲ ਟੂ 1.745 into 10 raised to power -2 रेडियन। ठीक है, ਤੇ ਜੇ ਮੈਂ 1 ਮਿੰਟ ਦੀ ਵੈਲਿਊ ਕੱਢਣੀ ਹੋਵੇ 1 ਮਿੰਟ ਇਜ਼ ਇਕੁਅਲ ਟੂ, ਹੁਣ ਇਹ ਜਿਹੜਾ 60 ਹੈ ਇਹ ਜਾ ਕੇ ਥੱਲੇ ਡਿਵਾਈਡ ਹੋ ਜਾਏਗਾ। ਸੋ ਮੇਰੇ ਕੋਲ ਆ ਗਿਆ 1.745 divided by 60 into 10 raised to power -2 रेडियन। ਤੇ ਜਦੋਂ ਮੈਂ ਇਹਨੂੰ 1.745 ਨੂੰ 60 ਨਾਲ ਡਿਵਾਈਡ ਕਰੂੰਗਾ ਤਾਂ ਇਹ ਮੇਰੇ ਕੋਲ ਆ ਜਾਏਗਾ ਲਗਭਗ 2.91 into 10 raised to power -4 रेडियन। तो जस्ट आप डिवाइड ही करना 1.745 ਨੂੰ 60 ਨਾਲ ਡਿਵਾਈਡ ਕਰ ਦਿਓ। ਠੀਕ ਹੈ, ਤੇ 2.91 into 10 raised to power ਇੱਥੇ -2 ਹੈ, ਇੱਥੇ -4 ਹੋ ਜਾਏਗਾ, ਕਿਉਂਕਿ ਜਦੋਂ 60 ਨੂੰ ਤੁਸੀਂ ਡਿਵਾਈਡ ਕਰੋਗੇ ਤਾਂ 1 ਡੈਸੀਮਲ ਹੈ ਇੱਥੇ। ਸੋ ਤੁਸੀਂ ਡੈਸੀਮਲ ਵਾਲੀ ਡਿਵਾਈਡ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਂਦੀ ਹੋਏਗੀ। ਸੋ ਤੁਸੀਂ ਡਿਵਾਈਡ ਕਰ ਲੈਣਾ। ਠੀਕ ਹੈ, ਜੇ ਫਿਰ ਵੀ ਪ੍ਰੋਬਲਮ ਆਈ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਡਿਵਾਈਡ ਕਰਕੇ ਵੀ ਦਿਖਾ ਦੂੰਗਾ। ਸੋ ਜਿਹੜਾ ਬੇਟੇ ਇਹਦਾ ਥਰਡ ਪਾਰਟ ਹੈ, ਠੀਕ ਹੈ, ਉਹ ਹੈ ਕਿ 1 ਸੈਕਿੰਡ ਕਿੰਨਾ ਹੋਏਗਾ। ਹੁਣ 1 ਸੈਕਿੰਡ ਕਰਨਾ ਤਾਂ ਫਿਰ ਆਸਾਨ ਹੋ ਗਿਆ, ਕਿਉਂਕਿ ਜਿਸ ਤਰ੍ਹਾਂ 1 ਡਿਗਰੀ ਇਜ਼ ਇਕੁਅਲ ਟੂ 60 ਮਿੰਟਸ, ਠੀਕ ਹੈ, ਉਸੇ ਤਰ੍ਹਾਂ 1 ਮਿੰਟ ਇਜ਼ ਇਕੁਅਲ ਟੂ 60 ਸੈਕਿੰਡ। ਸੋ ਇਹ ਜਿਹੜਾ 1 ਮਿੰਟ ਹੈ ਇਹ ਕਿਹਦੇ ਇਕੁਅਲ ਟੂ ਹੈ, 1 ਡਿਗਰੀ ਜਿਹੜਾ ਹੈ ਉਹ 60 ਮਿੰਟ ਦੇ ਬਰਾਬਰ ਹੋ ਗਿਆ, 1 ਮਿੰਟ ਜਿਹੜਾ ਹੈ ਉਹ 60 ਸੈਕਿੰਡ ਦੇ ਬਰਾਬਰ ਹੋ ਗਿਆ। ਹੁਣ ਚਾਹੇ ਮੈਂ ਇੱਥੇ 1 ਮਿੰਟ ਲਿਖ ਦਵਾਂ, ਚਾਹੇ ਮੈਂ ਇੱਥੇ 60 ਸੈਕਿੰਡ ਲਿਖ ਦਵਾਂ, ਇਹ ਦੋਨੇ ਸੇਮ ਹੀ ਚੀਜ਼ ਹੈ। 1 ਮਿੰਟ ਤੇ 60 ਸੈਕਿੰਡ ਇਹ ਦੋਨੇ ਸੇਮ ਹੀ ਚੀਜ਼ ਹੈ। ਠੀਕ ਹੈ ਨਾ। ਸੋ ਜੇ 1 ਮਿੰਟ ਇਹਦੇ ਇਕੁਅਲ ਟੂ ਹੈ, ਕਿੰਨਾ ਆਨਸਰ ਆਇਆ ਸੀ ਸਾਡਾ 2.91 into 10 raised to power -4। ਤੇ ਜਦੋਂ 60 ਸੈਕਿੰਡ ਕਰਾਂਗੇ ਤਾਂ ਵੀ ਇੰਨਾ ਹੀ ਆਏਗਾ। ਸੋ 60 ਸੈਕਿੰਡ ਅਗੇਨ 2.91 into 10 raised to power -4 ਰੇਡੀਅਨ। ਤੇ ਜਦੋਂ ਮੈਂ 1 ਸੈਕਿੰਡ ਦੀ ਵੈਲਿਊ ਕੱਢੂੰਗਾ, ਸੋ ਜਿੱਦਾਂ ਅਸੀਂ ਇੱਥੇ 1 ਮਿੰਟ ਦੀ ਵੈਲਿਊ ਕੱਢਣ ਵਾਸਤੇ ਇੱਥੇ 60 ਜਿਹੜਾ ਥੱਲੇ ਡਿਵਾਈਡ ਹੋ ਗਿਆ, ਇਸੇ ਤਰ੍ਹਾਂ ਜਦੋਂ ਅਸੀਂ ਇੱਥੇ 1 ਸੈਕਿੰਡ ਦੀ ਵੈਲਿਊ ਕੱਢਾਂਗੇ ਤਾਂ ਇਹ 60 ਇੱਥੇ ਡਿਵਾਈਡ ਹੋ ਜਾਏਗਾ। ਸੋ ਡਿਵਾਈਡਡ ਬਾਈ ਸੋ ਇਹ ਆ ਗਿਆ 2.91 divided by 60 into 10 raised to power -4। ਤੇ ਜਦੋਂ ਮੈਂ ਇਹਨੂੰ ਕੈਲਕੂਲੇਟ ਕਰੂੰਗਾ 2.91 ਨੂੰ ਮੈਂ 60 ਦੇ ਨਾਲ ਡਿਵਾਈਡ ਕਰੂੰਗਾ ਤਾਂ ਇਹ ਵੈਲਿਊ ਕਿੰਨੀ ਆ ਜਾਏਗੀ ਮੇਰੇ ਕੋਲ, ਇਹ ਵੈਲਿਊ ਆ ਜਾਏਗੀ 4.85 into 10 raised to power -6 ਰੇਡੀਅਨ। ਸੋ ਇਹ ਮੇਰੇ ਕੋਲ ਆਨਸਰ ਆ ਗਿਆ। ਸੋ ਇਸ ਤਰ੍ਹਾਂ ਅਸੀਂ 1 ਡਿਗਰੀ ਨੂੰ ਰੇਡੀਅਨ ਚ ਕਨਵਰਟ ਕੀਤਾ, ਫਿਰ ਆਪਾਂ 1 ਮਿੰਟ ਨੂੰ ਰੇਡੀਅਨ ਚ ਕਨਵਰਟ ਕੀਤਾ, ਤੇ ਫਿਰ ਆਪਾਂ 1 ਸੈਕਿੰਡ ਨੂੰ ਰੇਡੀਅਨ ਚ ਕਨਵਰਟ ਕੀਤਾ। ਜੇ ਬੇਟੇ ਤੁਹਾਨੂੰ ਇਹ ਕਨਵਰਸ਼ਨ ਆਂਦੀ ਹੈ ਕਰਨੀ, ਠੀਕ ਹੈ, ਤਾਂ ਹੀ ਤੁਹਾਡੇ ਨੂਮੈਰੀਕਲ ਜਿਹੜੇ ਅੱਗੇ ਸਹੀ ਹੋਣਗੇ। ਇਸ ਕਰਕੇ ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਲੈਣਾ। ਤੇ ਹੁਣ ਆਪਾਂ ਵਧਦੇ ਹਾਂ ਕੁਐਸਚਨ ਨੰਬਰ 2 ਵੱਲ। ਸੋ ਬੇਟੇ ਕੁਐਸਚਨ ਨੰਬਰ 2 ਜਿਹੜਾ ਹੈ ਇਹ ਤੁਹਾਡੀ ਸਕਰੀਨ ਦੇ ਉੱਪਰ ਆ ਗਈ ਹੋਣੀ, ਦੀ ਸਟੇਟਮੈਂਟ ਚੰਗੀ ਤਰ੍ਹਾਂ ਪੜ੍ਹ ਲਓ। ਸੋ ਬੇਟੇ ਪੜ੍ਹ ਲਈ ਨਾ ਸਟੇਟਮੈਂਟ ਚੰਗੀ ਤਰ੍ਹਾਂ, ਠੀਕ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਣੀ। ਚਲੋ ਫਿਰ ਆਪਾਂ ਡਿਸਕਸ ਕਰਦੇ ਹਾਂ ਕਿ ਇਸ ਕੁਐਸਚਨ 'ਚ ਆਪਾਂ ਕੀ ਫਾਈਂਡ ਕਰਨਾ। ਸੋ ਇਹ ਕੁਐਸਚਨ ਤੁਸੀਂ ਪੜ੍ਹ ਲਿਆ ਹੋਣਾ, ਮੈਂ ਤੁਹਾਨੂੰ ਦੱਸ ਦਿੰਦਾ ਕਿ क्या है। एक कोई पर्सन है, ठीक है, ए पर्सन है, मान लो ये कोई पर्सन है, ये कोई पर्सन है इत्थे, ठीक है।
ਇਹ ਕਿਸੇ ਪੋਲ ਦੇ ਕੋਲ ਖੜਾ ਹੋਇਆ, ਬਿਲਕੁਲ ਪੋਲ ਦੇ ਨਾਲ ਜੁੜ ਕੇ ਖੜਾ ਹੋਇਆ, ਆਹ ਪੋਲ ਹੈ, ਠੀਕ ਹੈ। ਤੇ ਇਹ ਪੋਲ ਦੇ ਇਸ ਸਿਰੇ ਨੂੰ ਦੇਖ ਰਿਹਾ, ਔਰ ਇਸ ਜਦੋਂ ਇਹ ਪੋਲ ਦੇ ਇਸ ਸਿਰੇ ਨੂੰ ਦੇਖ ਰਿਹਾ ਇਦਾਂ ਉੱਪਰ ਨੂੰ ਮੂੰਹ ਕਰਕੇ, ਤਾਂ ਇਹਨੂੰ ਉੱਪਰ ਇੱਕ ਸਟਾਰ ਦਿਖਾਈ ਦੇ ਰਿਹਾ ਇੱਥੇ ਉਸੀ ਸੇਧ ਦੇ ਵਿੱਚ, ਠੀਕ ਹੈ। ਜਿਹੜਾ ਇਹ ਸਟਾਰ ਹੈ ਸਾਡੇ ਤੋਂ ਬਹੁਤ ਦੂਰੀ ਤੇ ਹੈ। ਸੋ ਬੇਟੇ ਅਸੀਂ ਪੈਰਾਲੈਕਸ ਮੈਥਡ 'ਚ ਪਹਿਲਾਂ ਪੜ੍ਹਿਆ ਹੈ ਕਿ ਜਿਹੜੇ ਬਹੁਤ ਡਿਸਟੈਂਟ ਆਬਜੈਕਟਸ ਹੁੰਦੇ, ਜਿਸ ਤਰ੍ਹਾਂ ਸਟਾਰਸ ਹੈ, ਬਹੁਤ ਜ਼ਿਆਦਾ ਲਾਈਟ ਈਅਰਸ ਜਿਹਨੂੰ ਆਪਾਂ ਕਹਿ ਦਿੰਦੇ ਯੂਨਿਟਸ, ਠੀਕ ਹੈ, ਇੰਨੇ ਲਾਈਟ ਈਅਰਸ ਉਹ ਸਭ ਤੋਂ ਦੂਰ ਹੈਗੇ। ਤੇ ਉਹ ਇੱਧਰ ਨੂੰ ਦੇਖ ਰਿਹਾ ਸਟਾਰ ਵੱਲ ਨੂੰ, ਫਿਰ ਉਹ 100 ਮੀਟਰ ਉੱਥੋਂ ਦੂਜੀ ਜਗ੍ਹਾ ਤੇ ਆ ਜਾਂਦਾ, 100 ਮੀਟਰ ਉੱਥੋਂ ਆਪਣੀ ਪਹਿਲੀ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆ ਜਾਂਦਾ, ਤੇ ਇਹ ਵਾਲਾ ਸਟਾਰ ਉਹਨੂੰ ਫਿਰ ਵੀ ਆਪਣੇ ਉੱਪਰ ਹੀ ਦਿਖਾਈ ਦੇ ਰਿਹਾ, ਇੱਥੇ ਦਿਖਾਈ ਦੇ ਰਿਹਾ ਉਹਨੂੰ ਸਟਾਰ, ਜਿੱਥੇ ਉਹਨੂੰ ਪਹਿਲਾਂ ਦਿਖਾਈ ਦੇ ਰਿਹਾ ਸੀ। ਕਿਉਂਕਿ ਜਿਹੜੀਆਂ ਬਹੁਤ ਦੂਰ ਵਾਲੀਆਂ ਚੀਜ਼ਾਂ ਹੈ ਉਹ ਸਾਨੂੰ ਲਗਭਗ ਸਟੇਸ਼ਨਰੀ ਲੱਗਦੀਆਂ, ਆਪਾਂ ਥੋੜਾ ਬਹੁਤਾ ਮੂਵ ਇੱਧਰ ਉੱਧਰ ਕਰ ਲਈਏ, ਉਹ ਸਟਾਰ ਸਾਨੂੰ ਐ ਲੱਗੇਗਾ ਕਿ ਉੱਥੇ ਹੀ ਹੈ, ਕਿਉਂਕਿ ਉਹ ਸਭ ਤੋਂ ਬਹੁਤ ਜ਼ਿਆਦਾ ਦੂਰੀ ਤੇ ਹੈ, ਠੀਕ ਹੈ। ਤੇ ਜਦੋਂ ਇਹ ਪਰਸਨ ਜਿਹੜਾ ਇੱਥੇ ਪਹੁੰਚਿਆ, ਇਸ ਜਗ੍ਹਾ ਤੇ ਪਹੁੰਚਿਆ ਉਹ, ਠੀਕ ਹੈ, ਤੇ ਜਦੋਂ ਇਹਨੇ ਇਸ ਪੋਲ ਵੱਲ ਦੇਖਿਆ, ਇੱਕ ਤਾਂ ਇਹ ਸਟਾਰ ਵੱਲ ਦੇਖਿਆ ਨੇ, ਸਟਾਰ ਤੋਂ ਤਾਂ ਇਹਨੂੰ ਲੱਗਿਆ ਕਿ ਮੇਰਾ ਸਟਾਰ ਤਾਂ ਬਿਲਕੁਲ ਉੱਪਰ ਹੀ ਹੈ, ਜਿੱਥੇ ਪਹਿਲਾਂ ਸੀਗਾ ਸਟਾਰ ਨੂੰ ਤਾਂ ਕੋਈ ਫਰਕ ਨਹੀਂ ਪਿਆ। ਪਰ ਜਿਹੜਾ ਪੋਲ ਹੈ, ਪੋਲ ਦਾ ਜਿਹੜਾ ਟੌਪ ਹੈ, ਜਦੋਂ ਉਹਨੇ ਇਹਦਾ ਟੌਪ ਵੱਲ ਨੂੰ ਦੇਖਿਆ ਤਾਂ ਉਹ ਇਹਦੇ ਨਾਲ ਕਿੰਨਾ ਐਂਗਲ ਬਣਾ ਰਿਹਾ ਸੀਗਾ, ਕੁਝ ਐਂਗਲ ਬਣਾ ਰਿਹਾ ਸੀ ਇੱਥੇ, ਆਹ ਵਾਲਾ ਕੋਈ ਐਂਗਲ ਬਣਾ ਰਿਹਾ ਸੀ ਵਿਦ ਰਿਸਪੈਕਟ ਟੂ ਦਿਸ ਸਟਾਰ। ਜਦੋਂ ਇਹਨੇ ਸਟਾਰ ਵੱਲ ਦੇਖਿਆ ਔਰ ਇਸ ਪੋਲ ਦੇ ਟੌਪ ਵੱਲ ਦੇਖਿਆ ਤਾਂ ਉਹਨਾਂ ਦੇ ਵਿੱਚ ਕੁਝ ਐਂਗਲ ਬਣ ਰਿਹਾ ਸੀ, ਸਪੋਜ਼ ਉਹ ਐਂਗਲ ਥੀਟਾ ਹੈ। ਸੋ ਇਹ ਪਰਸਨ ਮੰਨ ਲਓ ਪਹਿਲਾਂ A ਜਗ੍ਹਾ ਤੇ ਹੈ, ਠੀਕ ਹੈ, ਤੇ ਫਿਰ ਇਹਦਾ ਜਿਹੜਾ ਟੌਪ ਹੈ ਉਹ C ਹੈ, ਤੇ ਉਹ ਇੱਥੇ B ਜਗ੍ਹਾ ਤੇ ਆ ਜਾਂਦਾ ਜਦੋਂ 100 ਮੀਟਰ ਇੱਧਰ ਚਲਾ ਜਾਂਦਾ। ਸੋ ਅਸੀਂ ਇਸ ਪੋਲ ਦੀ ਹਾਈਟ ਪਤਾ ਕਰਨੀ ਕਿ ਕਿੰਨੀ ਹੈ, ਮਤਲਬ ਆਹ ਹਾਈਟ ਅਸੀਂ ਫਾਈਂਡ ਆਊਟ ਕਰਨੀ ਕਿ ਕਿੰਨੀ ਹੈ, ਇਹ ਵਾਲੀ, ਠੀਕ ਹੈ। ਸੋ ਐਂਗਲ ਜਿਹੜਾ ਹੈ ਉਹਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਸਟੇਟਮੈਂਟ ਦੇ ਵਿੱਚ, ਤੁਸੀਂ ਪੜ੍ਹ ਲਈ ਹੋਣੀ, ਐਂਗਲ ਹੈ 40 ਡਿਗਰੀ, ਠੀਕ ਹੈ। ਤੇ ਆਓ ਅਸੀਂ ਇਸ ਕੁਐਸਚਨ ਨੂੰ ਸੋਲਵ ਕਰਦੇ ਹਾਂ। ਸੋ ਦੇਖੋ ਇਹ ਦੋ ਪੈਰਲਲ ਲਾਈਨਸ ਹੈ, ਜਿਹੜੀ ਆ ਲਾਈਨ ਹੈ ਇੱਥੋਂ ਲੈ ਕੇ A ਤੋਂ ਲੈ ਕੇ ਇਸ ਸਟਾਰ ਤੱਕ, ਮਤਲਬ ਸਟਾਰ ਤਾਂ ਸੇਮ ਹੀ ਹੈ, ਠੀਕ ਹੈ। ਜਦੋਂ A ਜਗ੍ਹਾ ਤੇ ਖੜਾ ਤਾਂ ਵੀ ਉਹਨੂੰ ਸਟਾਰ ਦਿਖ ਰਿਹਾ, ਜਦੋਂ B ਤੇ ਖੜਾ ਤਾਂ ਵੀ ਉਹਨੂੰ ਉਹੀ ਸਟਾਰ ਦਿਖ ਰਿਹਾ, ਔਰ ਅਸੀਂ ਇਹ ਮੰਨਦੇ ਹਾਂ ਕਿ ਇਹ ਦੋਨੇ ਲਾਈਨ ਜਿਹੜੀਆਂ ਪੈਰਲਲ ਹੈ। ਤੇ ਆਹ ਜਿਹੜੀ BC ਲਾਈਨ ਹੈ ਇਹਨੂੰ ਕੱਟਦੀ ਹੈ ਇਦਾਂ, ਟ੍ਰਾਂਸਵਰਸਲ ਹੈ ਮਤਲਬ, ਠੀਕ ਹੈ। ਤੇ ਜਿਹੜੇ ਅਲਟਰਨੇਟ ਐਂਗਲਸ ਹੋਣਗੇ, ਇੰਟੀਰੀਅਰ ਅਲਟਰਨੇਟ ਐਂਗਲਸ ਹੋਣਗੇ, ਉਹ ਇਕੁਅਲ ਹੋਣਗੇ। ਸੋ ਜੇ ਇੱਥੇ ਐਂਗਲ ਥੀਟਾ ਹੈ ਤਾਂ ਇੱਥੇ ਵੀ ਐਂਗਲ ਥੀਟਾ ਹੋ ਗਿਆ। ਸੋ ਥੀਟੇ ਦੀ ਵੈਲਿਊ ਕਿੰਨੀ ਹੈ 40 ਡਿਗਰੀ, ਸੋ ਇੱਥੇ 40 ਡਿਗਰੀ ਆ ਗਿਆ। ਉਹ H ਅਸੀਂ ਪਤਾ ਕਰਨਾ, ਠੀਕ ਹੈ। ਹੁਣ ਇਹ ਸਾਡੇ ਕੋਲ ਰਾਈਟ ਐਂਗਲ ਹੈ, ਠੀਕ ਹੈ। ਸੋ ਇਹ ਜਿਹੜਾ ਮੈਥਡ ਹੈ ਇਹਨੂੰ ਆਪਾਂ ਕਹਾਂਗੇ ਟ੍ਰਾਈਐਂਗੂਲੇਸ਼ਨ ਮੈਥਡ, ਟ੍ਰਾਈਐਂਗੂਲੇਸ਼ਨ ਮੈਥਡ। ਸੋ ਟ੍ਰਾਈਐਂਗੂਲੇਸ਼ਨ ਮੈਥਡ ਦੇ ਵਿੱਚ ਅਸੀਂ ਟ੍ਰਿਗਨੋਮੈਟਰੀ ਦੇ ਫਾਰਮੂਲੇ ਯੂਜ਼ ਕਰਦੇ। ਸੋ ਟ੍ਰਿਗਨੋਮੈਟਰੀ ਚ ਫਾਰਮੂਲੇ ਜੇ ਤੁਹਾਨੂੰ ਯਾਦ ਹੋਵੇ ਤਾਂ sin ਥੀਟਾ P over H ਤੇ cos ਥੀਟਾ B over H ਤੇ tan ਥੀਟਾ P over B। ਇਹ ਸਾਡੇ ਕੋਲ ਫਾਰਮੂਲੇ ਹੁੰਦੇ, ਜਿੱਥੇ P ਜਿਹੜਾ ਪਰਪੈਂਡੀਕੂਲਰ ਹੈ, ਜਿਹੜੀ ਰਾਈਟ ਟ੍ਰਾਇੰਗਲ ਅਸੀਂ ਜੋ ਵੀ ਕੰਸੀਡਰ ਕੀਤੀ ਹੋਈ ਉਹਦੇ ਚ P ਪਰਪੈਂਡੀਕੂਲਰ ਹੈ, B ਬੇਸ ਹੈ, ਠੀਕ ਹੈ, ਤੇ H ਹਾਈਪੋਟੇਨਿਊਜ਼ ਹੈ, ਠੀਕ ਹੈ ਨਾ। ਸੋ sin ਥੀਟਾ ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼, cos ਥੀਟਾ ਬੇਸ ਓਵਰ ਹਾਈਪੋਟੇਨਿਊਜ਼ ਤੇ tan ਥੀਟਾ ਪਰਪੈਂਡੀਕੂਲਰ ਓਵਰ ਬੇਸ। ਹੁਣ ਅਸੀਂ ਇੱਥੇ ਇਹ ਦੇਖਣਾ ਵੀ ਸਾਡੇ ਕੋਲ ਜਿਹੜੀ ਇੱਕ ਚੀਜ਼ ਅਸੀਂ ਫਾਈਂਡ ਕਰਨੀ ਔਰ ਇੱਕ ਚੀਜ਼ ਗਿਵਨ ਹੈ, ਠੀਕ ਹੈ, ਉਹ ਕਿਹੜੀਆਂ। ਹੁਣ ਜੇ ਆਪਾਂ ਇਸ ਹਾਈਟ ਦੀ ਗੱਲ ਕਰੀਏ H, ਠੀਕ ਹੈ, H ਅਸੀਂ ਫਾਈਂਡ ਕਰਨਾ ਟੂ ਫਾਈਂਡ, ਔਰ ਗਿਵਨ ਸਾਡੇ ਕੋਲ ਕਿਆ ਹੈ AB, यानी कि AC ਅਸੀਂ फाइंड करना और AB ਸਾਡੇ ਕੋਲ गिवन है। AB कितना ਸਾਡੇ ਕੋਲ 100 मीटर। सो AC ਤੇ AB ਦੇ ਵਿੱਚ in accordance to triangulation method relationship क्या है, AB और AC ਦੇ ਵਿੱਚ क्या relationship है दसो। परपेंडिकुलर ਕਿਹੜਾ ਇਹਨਾਂ ਚੋਂ
ਤੇ ਬੇਸ ਕਿਹੜਾ ਹੈ, ਕਿਉਂਕਿ ਹਾਈਪੋਟੇन्यूज ਤਾਂ ਕੋਈ ਵੀ ਨਹੀਂ ਹੈ, ਚਲੋ ਆਪਾਂ ਮੰਨ ਗਏ, ਕਿਉਂਕਿ ਇਹ ਦੋ ਸਾਈਡਸ ਹੈ। ਆ ਤੀਜੀ ਸਾਈਡ ਜਿਹੜੀ ਹੈ ਸਲੈਂਟ, ਉਹ ਹਾਈਪੋਟੇन्यूज ਹੁੰਦੀ। ਸੋ ਇਹਨਾਂ ਦੋਨਾਂ ਚੋਂ ਹਾਈਪੋਟੇन्यूज ਤਾਂ ਕੋਈ ਨਹੀਂ ਹੈ, ਇੱਕ ਪਰਪੈਂਡੀਕੂਲਰ ਹੈ ਤੇ ਇੱਕ ਬੇਸ ਹੈ। ਸੋ ਅਸੀਂ ਇਹਨੂੰ ਆਇਡੈਂਟੀਫਾਈ ਕਰਨਾ, ਵੀ ਹੈਵ ਟੂ ਆਇਡੈਂਟੀਫਾਈ ਇਟ ਵਿਚ ਵਨ ਇਜ਼ ਪਰਪੈਂਡੀਕੂਲਰ ਐਂਡ ਵਿਚ ਵਨ ਇਜ਼ ਬੇਸ। ਸੋ ਉਹਦੀ ਪਹਿਚਾਣ ਕਿਆ ਹੈ। ਸੋ ਬੇਟੇ ਜਿਹੜਾ ਵੀ ਐਂਗਲ ਸਾਡੇ ਕੋਲ ਦਿੱਤਾ ਹੁੰਦਾ ਟ੍ਰਾਇੰਗਲ ਦੇ ਵਿੱਚ, ਉਸ ਐਂਗਲ ਦੇ ਜਿਹੜੀ ਆਪੋਜ਼ਿਟ ਸਾਈਡ ਹੈ ਉਹਨੂੰ ਆਪਾਂ ਪਰਪੈਂਡੀਕੂਲਰ ਕਹਿੰਦੇ ਹਾਂ। ਯਾਨੀ ਕਿ ਇਸ ਐਂਗਲ ਦੇ ਆਪੋਜ਼ਿਟ ਸਾਈਡ ਇਹ ਹੈ, ਆ ਜਿਹੜੀ 100 ਮੀਟਰ ਵਾਲੀ ਹੈ। ਸੋ ਇਸ ਕਰਕੇ ਜਿਹੜਾ ਇਹ ਵਾਲਾ ਪੋਰਸ਼ਨ ਹੈ, ਇਹ ਵਾਲਾ ਪੋਰਸ਼ਨ ਇਹ ਕਿਆ ਹੈ, ਇਹ ਪਰਪੈਂਡੀਕੂਲਰ ਹੈ, ਕਿਉਂਕਿ ਇਹ ਐਂਗਲ ਦੇ ਆਪੋਜ਼ਿਟ ਹੈ। ਔਰ ਜਿਹੜੀ ਬਿਲਕੁਲ ਐਂਗਲ ਦੇ ਨਾਲ ਜੁੜੀ ਹੋਈ ਸਾਈਡ ਹੁੰਦੀ, ਜਿਸ ਤਰ੍ਹਾਂ ਕਿ ਇਹ ਹੈ, ਸੋ ਇਹ ਸਾਡੇ ਕੋਲ ਕਿਆ ਆ ਗਿਆ, ਇਹ ਹੈ ਬੇਸ। ਸੋ ਜਿਹੜੀ ਚੀਜ਼ ਅਸੀਂ ਫਾਈਂਡ ਕਰਨੀ, ਫਾਈਂਡ ਅਸੀਂ AC ਕਰਨਾ, ਉਹਨੂੰ ਅਸੀਂ ਮਤਲਬ ਬੱਟੇ ਤੋਂ ਉੱਪਰ ਰੱਖਦੇ ਹਾਂ। ਜਿਹੜੀ ਚੀਜ਼ ਸਾਡੇ ਕੋਲ ਗਿਵਨ ਹੈ ਉਹਨੂੰ ਅਸੀਂ ਥੱਲੇ ਰੱਖਦੇ ਹਾਂ, ਤੇ AC ਸਾਡੇ ਕੋਲ ਹੈਗਾ ਬੇਸ, ਠੀਕ ਹੈ। ਸੋ ਇੱਥੇ ਆ ਗਿਆ ਬੇਸ, ਤੇ ਇਹ ਵੀ ਆ ਗਿਆ ਸਾਡੇ ਕੋਲ ਪਰਪੈਂਡੀਕੂਲਰ, ਤੇ ਬੇਸ ਓਵਰ ਪਰਪੈਂਡੀਕੂਲਰ ਇਜ਼ ਇਕੁਅਲ ਟੂ ਬੇਸ ਓਵਰ ਪਰਪੈਂਡੀਕੂਲਰ ਇਜ਼ ਇਕੁਅਲ ਟੂ ਪਰਪੈਂਡੀਕੂਲਰ ਓਵਰ ਬੇਸ ਹੁੰਦਾ, ਫਿਰ ਟੈਂਜੈਂਟ ਥੀਟਾ ਹੋਣਾ ਸੀਗਾ। ਹੁਣ ਟੈਂਜੈਂਟ ਥੀਟਾ ਦਾ ਉਲਟ ਹੋ ਗਿਆ, ਕਿਉਂਕਿ ਬੇਸ ਉੱਪਰ ਹੈ, ਪਰਪੈਂਡੀਕੂਲਰ ਬਟੇ ਤੋਂ ਥੱਲੇ। ਸੋ ਟੈਂਜੈਂਟ ਦਾ ਜਿਹੜਾ ਉਲਟ ਹੁੰਦਾ, ਰੈਸੀਪ੍ਰੋਕਲ ਆਫ ਦਾ ਟੈਂਜੈਂਟ ਥੀਟਾ ਇਜ਼ cot ਥੀਟਾ। ਸੋ ਇੱਥੇ ਆ ਗਿਆ cot ਥੀਟਾ। ਸੋ ਹੁਣ AC ਕਿੰਨਾ ਸਾਡੇ ਕੋਲ, AC ਅਸੀਂ H ਮੰਨਿਆ ਸੀ, AB ਦੀ ਵੈਲਿਊ ਸਾਡੇ ਕੋਲ 100 ਹੈ, ਤੇ ਇਜ਼ ਇਕੁਅਲ ਟੂ cot ਥੀਟਾ ਦੀ ਜਗ੍ਹਾ ਆ ਗਿਆ ਸਾਡੇ ਕੋਲ 40 ਡਿਗਰੀ। ਸੋ ਬੇਟਾ cot 40 ਡਿਗਰੀ ਦੀ ਜਿਹੜੀ ਵੈਲਿਊ ਹੈ ਉਹ ਤੁਸੀਂ ਕਿੱਥੋਂ ਲਿਆਓਗੇ ਹੁਣ, ਕਿਉਂਕਿ ਜਿਹੜੀਆਂ ਤੁਹਾਡੇ ਕੋਲ ਵੈਲਿਊਜ਼ ਹੈ, ਜਿਹੜੀਆਂ ਤੁਸੀਂ 10th ਤੱਕ ਪੜ੍ਹੀਆਂ ਹੈ, ਉਹਦੇ 'ਚ ਤੁਸੀਂ ਇੱਕ ਟੇਬਲ ਬਣਾਉਂਦੇ ਹੁੰਦੇ, ਇੱਕ ਇੱਥੇ ਸਾਈਨ ਲਿਖ ਲਿਆ, ਇੱਕ ਇੱਥੇ cos ਲਿਖ ਲਿਆ, ਇੱਕ ਇੱਥੇ tan ਲਿਖ ਲਿਆ, ਠੀਕ ਹੈ ਨਾ। ਇਸ ਤਰ੍ਹਾਂ ਲਿਖਣ ਤੋਂ ਬਾਅਦ ਫਿਰ ਤੁਸੀਂ ਇੱਥੇ ਲਿਖ ਲਿਆ 0 ਡਿਗਰੀ, ਫਿਰ ਇੱਥੇ ਲਿਖ ਲਿਆ 30 ਡਿਗਰੀ, ਫਿਰ ਇੱਥੇ ਲਿਖ ਲਿਆ 45, ਫਿਰ ਇੱਥੇ 60 ਤੇ ਫਿਰ ਇੱਥੇ 90। ਆਹ ਟੇਬਲ ਤੁਸੀਂ ਬਣਾਉਂਦੇ ਆ, ਤੁਹਾਨੂੰ ਯਾਦ ਵੀ ਹੋਣਾ। ਪਰ ਇਹਦੇ 'ਚ ਬੇਟਾ ਕਿਤੇ ਵੀ 40 ਡਿਗਰੀ ਨਹੀਂ ਹੈ, ਠੀਕ ਹੈ ਨਾ। ਸੋ ਇਸ 40 ਡਿਗਰੀ ਦੀ ਵੈਲਿਊ ਤੁਸੀਂ ਕਿੱਥੋਂ ਲਿਆਓਗੇ। ਸੋ ਇਸ 40 ਡਿਗਰੀ ਦੀ ਵੈਲਿਊ ਵਾਸਤੇ ਜਦੋਂ ਤੁਸੀਂ ਆਪਣੇ ਬੁੱਕ ਦੇ ਲਾਸਟ ਵਿੱਚ ਦੇਖੋਗੇ, ਲਾਸਟ ਵਿੱਚ ਕੁਝ ਪੇਜ ਲੱਗੇ ਹੁੰਦੇ, ਠੀਕ ਹੈ, ਉੱਥੇ ਲਿਖਿਆ ਹੋਣਾ ਨੈਚੁਰਲ ਕੋਟੈਂਜੈਂਟ, ਠੀਕ ਹੈ। ਜੇ ਤਾਂ ਤੁਸੀਂ cot ਦੀ ਵੈਲਿਊ ਦੇਖਣੀ ਤਾਂ ਤੁਸੀਂ ਨੈਚੁਰਲ ਕੋਟੈਂਜੈਂਟ ਵਾਲਾ ਪੇਜ ਤੇ ਚਲ ਜਾਣਾ। ਉਸ ਪੇਜ ਦੇ ਉੱਪਰ ਤੁਸੀਂ 40 ਡਿਗਰੀ ਦੇ ਸਾਹਮਣੇ ਦੇਖ ਲੈਣਾ 40 ਡਿਗਰੀ, ਕਿਉਂਕਿ ਇਹਦੇ ਨਾਲ ਮਿੰਟਸ ਵਿੱਚ ਕੁਝ ਨਹੀਂ ਹੈ। ਸੋ 0 ਮਿੰਟ ਵਾਲੇ ਕਾਲਮ ਦੇ ਵਿੱਚ ਤੁਸੀਂ ਦੇਖ ਲੈਣਾ 40 ਡਿਗਰੀ 0 ਮਿੰਟ ਵਾਲੇ ਕਾਲਮ ਦੇ ਵਿੱਚ cot ਦੇ ਸਾਹਮਣੇ ਕਿੰਨਾ ਆ ਰਿਹਾ, ਠੀਕ ਹੈ। ਸੋ ਉਹ ਜਿਹੜੀ ਵੈਲਿਊ ਆਏਗੀ ਉਹ ਤੁਸੀਂ ਇੱਥੇ ਪੁੱਟ ਕਰ ਦੇਣੀ। ਸੋ ਬੇਟਾ ਜਦੋਂ ਤੁਸੀਂ ਇਹਦੀ ਵੈਲਿਊ ਦੇਖੋਗੇ ਤਾਂ ਇਹ ਸਾਡੇ ਕੋਲ ਵੈਲਿਊ ਆ ਜਾਣੀ 1.19 ਅਪਰੋਕਸੀਮੇਟਲੀ। ਮੈਂ ਡੈਸੀਮਲ ਤੋਂ ਬਾਅਦ 2 ਡਿਜਿਟ ਤੱਕ ਲਈ ਹੈ ਵੈਲਿਊ। ਸੋ cot 40 ਡਿਗਰੀ ਦੀ ਵੈਲਿਊ ਆ ਗਈ 1.19। ਵੈਸੇ ਅੱਗੇ 4 ਡਿਜਿਟ ਹੁੰਦੇ ਆ ਇੱਥੇ, ਤੇ ਤੁਸੀਂ ਡੈਸੀਮਲ ਤੋਂ ਬਾਅਦ 2 ਡਿਜਿਟ ਲੈ ਲਓ ਤਾਂ ਵੀ ਸਫੀਸ਼ੀਐਂਟ ਹੈ। ਸੋ h = ਕਿੰਨਾ ਆ ਗਿਆ ਫਿਰ, ਹੁਣ ਦੇਖੋ h/100 ਇੰਨਾ ਆ ਗਿਆ ਸਾਡੇ ਕੋਲ ਆਹ, ਤੇ 119 ਡਿਵਾਈਡਡ ਬਾਈ ਆ ਡੈਸੀਮਲ ਹੈ, ਤੇ ਉਹਦਾ 2 ਡਿਜਿਟਸ ਹੈ 100 ਆ ਗਿਆ, ਤੇ ਆ ਜਿਹੜਾ 100 ਇੱਧਰ ਡਿਵਾਈਡ ਹੋਇਆ, ਇੱਧਰ ਜਾ ਕੇ ਮਲਟੀਪਲਾਈ ਹੋ ਗਿਆ, ਤੇ 100 ਨਾਲ 100 ਕੱਟ ਗਿਆ, ਤੇ ਮੇਰੇ ਕੋਲ ਆ ਗਿਆ 119 ਮੀਟਰ। ਸੋ ਇਸ ਪੋਲ ਦੀ ਜਿਹੜੀ ਹਾਈਟ ਹੈ ਉਹ ਕਿੰਨੀ ਹੋਏਗੀ, 119 ਮੀਟਰ ਹੋਏਗੀ। ਇਹ ਮੈਂ cot ਦੇ ਤਰੀਕੇ ਨਾਲ ਕੀਤਾ, ਤੁਸੀਂ ਇਹਨੂੰ tan ਦੇ ਤਰੀਕੇ ਨਾਲ ਵੀ ਕਰ ਸਕਦੇ ਹੋ। tan ਦੇ ਤਰੀਕੇ ਨਾਲ ਕਿੱਦਾਂ ਹੋਏਗਾ, ਇੱਕ ਮਿੰਟ ਮੈਂ ਤੁਹਾਨੂੰ ਦਿਖਾਣਾ tan ਦੇ ਤਰੀਕੇ ਨਾਲ ਆਪਾਂ ਕਿੱਦਾਂ ਕਰ ਸਕਦੇ ਇਸੇ ਕੁਐਸਚਨ ਨੂੰ। ਸੋ ਜਿੱਥੇ ਆਪਾਂ h/100 ਲਿਆ ਨਾ, ਉੱਥੇ ਅਸੀਂ 100/h ਕਰ ਲੈਣਾ। ਆ ਦੇਖੋ, ਸੋ ਇੱਥੇ ਹੋ ਗਿਆ 100 ਡਿਵਾਈਡਡ ਬਾਈ h = ਕਿਉਂਕਿ ਜਿਹੜਾ ਬੇਸ ਓਵਰ ਪਰਪੈਂਡੀਕੂਲਰ ਹੈ ਉਹ ਹੋ ਗਿਆ cot ਥੀਟਾ, ਤੇ ਜਿਹੜਾ ਪਰਪੈਂਡੀਕੂਲਰ ਓਵਰ ਬੇਸ ਹੈ ਉਹ ਹੋ ਗਿਆ ਪਰਪੈਂਡੀਕੂਲਰ ਓਵਰ ਬੇਸ ਹੋ ਗਿਆ tan ਥੀਟਾ। ਸੋ = tan 40 ਡਿਗਰੀ, ਠੀਕ ਹੈ। ਸੋ h ਮੇਰਾ ਉੱਧਰ ਚਲਾ ਗਿਆ, ਸੋ h = h ਇੱਥੇ ਆ ਗਿਆ ਉੱਪਰ, ਸੋ tan 40 100 ਦੇ ਥੱਲੇ ਚਲਾ ਗਿਆ। ਸੋ 100
डिवाइडेड बाय tan 40 डिग्री। सो ये आ गया मेरे को 100 डिवाइडेड बाय, हुण जेड़ा tan 40 है बेटे उसकी वैल्यू कितनी है, tan 40 की वैल्यू है मेरे को 0.8391, 0.8391। सो ये वैल्यू है मेरे को tan 40 की। तो जो 100 ਨੂੰ मैं ਇਹਦੇ ਨਾਲ डिवाइड करांगा तो मेरे को आंसर कितना आ जाएगा 119 मीटर ही आ जाएगा, क्योंकि आंसर च कोई डिफरेंस नहीं आना, आंसर सेम ही आएगा। ठीक है ना। सो ये सीगा ट्रायंगुलेशन मैथड ਜਦੋਂ ਅਸੀਂ ਕਿਸੇ ਪੋਲ ਦੀ ਹਾਈਟ ਫਾਈਂਡ ਕਰਨੀ ਹੋਵੇ। ਸੋ ਅਗਲਾ ਕੁਐਸਚਨ ਹੁਣ ਆਪਾਂ ਕਰਦੇ ਹਾਂ। ਮੇਰੇ ਖਿਆਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਠੀਕ ਹੈ ਬੇਟੇ, ਕੋਈ ਵੀ ਕੁਐਸਚਨ ਜਦੋਂ ਮੈਂ ਕਰਾਣਾ ਤਾਂ ਤੁਸੀਂ ਉਹਨੂੰ ਆਪਣੇ ਹੱਥਾਂ ਨਾਲ ਜ਼ਰੂਰ ਕਰਨਾ, ਬਿਨਾ ਉਹਦਾ ਸੋਲੂਸ਼ਨ ਦੇਖੇ। ਠੀਕ ਹੈ, ਇੱਕ ਵਾਰੀ ਸਮਝ ਲਓ, ਸਮਝਣ ਤੋਂ ਬਾਅਦ ਪੂਰੇ ਕੁਐਸਚਨ ਨੂੰ ਆਪਣੇ ਆਪ ਕਰੋ, ਸਾਰੀ ਕੈਲਕੂਲੇਸ਼ਨ ਆਪ ਕਰੋ, ਹਰ ਇੱਕ ਵੈਲਿਊ ਜਿਹੜੀ ਲੌਗ ਟੇਬਲ 'ਚ ਦੇਖਣ ਵਾਲੀ ਹੈ, ਇਹਦੀ ਟ੍ਰਾਇੰਗਲ ਜਿਹੜੀਆਂ ਹੈਗੀਆਂ ट्रिग्नोमैट्री के फार्मूले वाली है। ठीक है, उन्होंने चार्ट देखनी है, कोई वैल्यू चार्ट देखो, पर यह सारा कुछ अपने हत्थों नाल काम करना तो ही तुसी पेपर च सॉल्व कर सकते हो, अदरवाइज ये जोड़े क्वेश्चन है तो पेपर च सॉल्व नहीं होने। सो नैक्सट क्वेश्चन करते हैं आप। सो बेटे थर्ड क्वेश्चन की जी स्टेटमेंट है तुहाडी स्क्रीन के उपर आ गई होनी, तो तुसी पढ़ लो, इनू चंगी तरह पढ़ लो। सो बेटे इस क्वेश्चन दे विच है कि एक मून नूं जदों ऑब्जर्व किया गया, अर्थ दे डायमीट्रिकली ऑपोजिट दो पॉइंट्स है। जिस तरह मान लो साडे कोल ये अर्थ है, मान लो मैं अर्थ बना देना इत्थे, ये अर्थ हो गई सपोज इदां। ठीक है, तो ये डायमीटर हो गया ना, आ डायमीटर हो गया। सो ये डायमीट्रिकली दो पॉइंट्स हो गए, एक नूं आपां कहता पॉइंट ए ते एक नूं कहता आपां पॉइंट बी। ठीक है, जो इस पॉइंट हुण ਇਹਦਾ सेंटर ये है लगभग है ना, ਇੱਥੇ सेंटर आ गया। सो इत्थों ਅਸੀਂ ਕਿਹਨੂੰ ऑब्जर्व ਕੀਤਾ, मून ਨੂੰ ऑब्जर्व ਕੀਤਾ, ਇਹ मून है। सो ये मून है ਇੱਥੇ। सो मून ਨੂੰ ਜਦੋਂ ਆਪਾਂ ਇੱਥੋਂ ऑब्जर्व ਕੀਤਾ ਤਾਂ ਇਹ ਕੁਝ ਇਸ ਤਰ੍ਹਾਂ ਸਾਨੂੰ ਦਿਖਾਈ ਦੇਗਾ, ਇਸ ਤਰ੍ਹਾਂ ਦਿਖਾਈ ਦੇਗਾ। ਠੀਕ है ना, ਤੇ ਇਹ ਦੋ ਪੁਆਇੰਟਸ ਹੈ ਤੇ ਉਹਦੇ ਵਿੱਚ ਜਿਹੜਾ ਹੈ the angle theta subtended at the moon by the two directions of observation is 1 degree 54 minutes। सो बेटा ये ਜਿਹੜਾ एंगल ਬਣਿਆ ਇੱਥੇ ਆਹ ਇਹ ਵਾਲਾ एंगल ਬਣਿਆ, ਇਹ ਕਿੰਨਾ ਬਣਿਆ 1 degree 54 minutes ਬਣਿਆ। ਕਿੰਨਾ एंगल ਬਣਿਆ 1 degree 54 minutes। ठीक है, ਇੰਨਾ एंगल ਬਣਿਆ ਇਹ। ਤੇ given the diameter of the earth is about 1.276 into 10⁻⁷ मीटर। सो ये अर्थ का डायमीटर इतों लैके इतों तक, सो इस ए पॉइंट तो लैके बी पॉइंट तक जो ये वैल्यू है 1.276 into 10⁻⁷ मीटर क्या है, अर्थ का डायमीटर हो गया। ठीक है, तो असी फाइंड करना कि ए पॉइंट तो या बी पॉइंट तो, क्योंकि दोनों सेम डिस्टेंस है, ए तो भी तो बी तो भी, तो कितनी दूरी ते है ना। सो ये असी पता करना। मान लो इस दूरी को आपां कैपिटल डी कहता, तो जिहड़ा डायमीटर है उन्होंने आपां स्मॉल डी कहता, तो ये आपां एंगल थीटा कहता। इनू क्लीयर हो गई गल। तो हुण आपां इनू सॉल्व करते हैं। सो बिल्कुल बेटे जदों आपां ये क्वेश्चन सॉल्व करने हैं, सो मैं तुहानूं एक गल फिर रिमाइंड करा देवां कि जिस तरह मान लो एक कोई साडे कोल सेंटर पॉइंट है, इस सेंटर पॉइंट तो असीं एक आर्क लगाई इदां, मान लो ये पूरा सर्कल लग गया ना, इधर भी लगा लो चाहे इधर सर्कल लग गया। सो आ साडा ये सेंटर पॉइंट है। सो इस सर्कल को असीं कंप्लीट भी कर सकते इदां, जे इहनूं करना चाहिए तो इदां कंप्लीट हो गया सर्कल। ठीक है, असीं इस जिहड़ा ये सर्कमफ्रेंस है सर्कल का, उहदे ते मान लो असीं कोई दो पॉइंट्स ले लैंदे तां। ठीक है, दो पॉइंट्स ले लेंगे और इस पॉइंट तो जो असी ना दोनों पॉइंट्स के उपर इन्हों मिला देंगे आपस जो तो सर्कल ने पूरी की गल करते, फिर तो आप कह देंगे सर्कमफ्रेंस। सर्कमफ्रेंस पर जो असी इस सर्कमफ्रेंस के एक छोटे पार्ट की गल करते तो असी आर्क कह देंगे।
ठीक है। ਤੇ ਇੱਥੇ ਜਿਹੜਾ ਆ ਹੈ ਇਹ ਐਂਗਲ ਬਣ ਰਿਹਾ, ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀ ਕਿ ਜਦੋਂ ਵੀ ਅਸੀਂ ਇਸ ਐਂਗਲ ਦੀ ਗੱਲ ਕਰਨੀ ਤਾਂ ਆਪਾਂ ਕਾਹਦੇ 'ਚ ਗੱਲ ਕਰਨੀ, ਡਿਗਰੀ 'ਚ ਕਰਨੀ ਕਿ ਰੇਡੀਅਨ 'ਚ ਕਰਨੀ? ਰੇਡੀਅਨ 'ਚ ਗੱਲ ਕਰਨੀ ਆਪਾਂ। ਜੇ ਸਾਨੂੰ ਜਿਸ ਤਰ੍ਹਾਂ ਹੁਣ ਇੱਥੇ ਐਂਗਲ 1 ਡਿਗਰੀ 54 ਮਿੰਟ ਦਿੱਤਾ ਹੋਇਆ, ਠੀਕ ਹੈ, ਤਾਂ ਅਸੀਂ ਉਸ ਡਿਗਰੀ ਔਰ ਮਿੰਟ ਨੂੰ ਅਸੀਂ ਕਿਹਦੇ 'ਚ ਕਨਵਰਟ ਕਰ ਲੈਣਾ? ਰੇਡੀਅਨ 'ਚ ਕਨਵਰਟ ਕਰਨਾ, ਠੀਕ ਹੈ। ਸੋ ਇਹ ਸਾਡੇ ਕੋਲ ਆਰਕ ਹੈ, ਆ ਸਾਡੇ ਕੋਲ ਇੱਕ ਤਰ੍ਹਾਂ ਦਾ ਰੇਡੀਅਸ ਹੈ ਜਿਹੜਾ ਕਿ ਇਹ ਸਰਕਲ ਬਣਾਇਆ ਆਪਾਂ। ਹੁਣ ਜੇ ਆਪਾਂ ਇਸ ਡਾਇਗਰਾਮ ਨੂੰ ਇਹਦੇ ਨਾਲ ਕੰਪੇਅਰ ਕਰੀਏ ਤਾਂ ਜਿਹੜੀਆਂ ਆ ਦੋ ਡਿਸਟੈਂਸਸ ਹੈ ਸਾਡੇ ਕੋਲ, ਜਿਹਨੂੰ ਆਪਾਂ ਕੈਪੀਟਲ ਡੀ ਕਹਿੰਦਾ, ਜਿਹਨੂੰ ਅਸੀਂ ਫਾਈਂਡ ਕਰਨਾ, ਉਹ ਸਾਡੇ ਕੋਲ ਇੱਕ ਤਰੀਕੇ ਨਾਲ ਇਸ ਸਰਕਲ ਦਾ, ਵੱਡੇ ਸਰਕਲ ਦਾ ਰੇਡੀਅਸ ਫਾਈਂਡ ਕਰਨ ਦੇ ਬਰਾਬਰ ਹੈ, ਠੀਕ ਹੈ। ਔਰ ਜਿਹੜਾ ਇਹ ਡਾਇਆਮੀਟਰ ਦਿੱਤਾ ਹੋਇਆ ਅਰਥ ਦਾ, ਹੁਣ ਦੇਖੋ ਜੇ ਆਪਾਂ ਇੱਥੇ ਇਹਨੂੰ ਇਦਾਂ ਡਾਇਰੈਕਟ ਵੀ ਬਣਾ ਦਈਏ, ਕਿਉਂਕਿ ਇਹ ਰੇਡੀਅਸ ਬਹੁਤ ਜ਼ਿਆਦਾ ਵੱਡਾ ਹੈ, ਠੀਕ ਹੈ ਨਾ, ਜਿਹੜਾ ਮੂਨ ਹੈ ਉਹ ਅਰਥ ਤੋਂ ਕਾਫੀ ਦੂਰ ਹੈ। ਇਸ ਕਰਕੇ ਅਸੀਂ ਇੱਥੋਂ ਲੈ ਕੇ, ਚਾਹੇ ਅਸੀਂ ਇਸ ਰਸਤੇ ਤੋਂ ਜਾਈਏ ਇੱਥੋਂ ਤੱਕ, ਚਾਹੇ ਅਸੀਂ ਇਸ ਰਸਤੇ ਤੋਂ ਜਾਈਏ, ਅਸੀਂ ਇਹ ਅਜ਼ਿਊਮ ਕਰਦੇ ਕਿ ਦੋਨੇ ਪਾਥ ਜਿਹੜੇ ਹੈ ਉਹਨਾਂ 'ਚ ਡਿਸਟੈਂਸ ਇਕੁਅਲ ਹੈ, ਕਿਉਂਕਿ ਉਹਦਾ ਕਾਰਨ ਕੀ ਹੈ? ਰੇਡੀਅਸ ਦਾ ਬਹੁਤ ਵੱਡਾ ਹੋਣਾ। ਜਦੋਂ ਜਦੋਂ ਰੇਡੀਅਸ ਜਿਹੜਾ ਹੈ ਉਹ ਵੱਧਦਾ ਜਾਂਦਾ ਤਾਂ ਜਿਹੜੀ ਆਰਕ ਔਰ ਇਹ ਡਾਇਰੈਕਟ ਡਿਸਟੈਂਸ ਹੈ ਉਹਦੇ 'ਚ ਡਿਫਰੈਂਸ ਜਿਹੜਾ ਹੈ, ਤਾਂ ਸਾਡੇ ਕੋਲ ਇੱਥੇ ਕਿਆ ਫਾਰਮੂਲਾ ਬਣਿਆ? ਅਸੀਂ ਕੀਤਾ ਸੀ ਨਾ ਪੈਰਾਲੈਕਸ ਮੈਥਡ ਵਿੱਚ, ਅਸੀਂ ਕੀਤਾ ਸੀ ਆਰਕ, ਆਰਕ ਹੋ ਗਈ, ਆਰਕ ਡਿਵਾਈਡਡ ਬਾय ਰੇਡੀਅਸ इज इक्वल टू एंगल थीटा। सिंपल ਜਿਹਾ ਫਾਰਮੂਲਾ ਹੈ, ਕੋਈ ਮੁਸ਼ਕਲ ਨਹੀਂ ਹੈ। ਸਿੰਪਲੀ ਅਸੀਂ ਇਸ ਆਰਕ ਨੂੰ ਜਿੱਥੇ ਕੱਟਿਆ ਗਿਆ, ਇੱਥੇ ਆਰਕ ਸਾਡੇ ਕੋਲ AB ਹੈ, ਕਿਉਂਕਿ ਜੇ ਅਸੀਂ ਇਹਨੂੰ ਇਦਾਂ ਬਣਾਈਏ ਤਾਂ ਹੋ ਸਕਦਾ ਇਹ ਇਸ ਤਰ੍ਹਾਂ ਇਹਨੂੰ ਜਾ ਕੇ ਮਿਲ ਜਾਵੇ, ਪਰ ਇਹ ਅਸੀਂ ਅਜ਼ਿਊਮ ਕਰ ਲੈਂਦੇ ਕਿ ਇਹ ਵਾਲਾ ਡਿਸਟੈਂਸ ਆਰਕ ਵਾਲਾ ਡਿਸਟੈਂਸ ਔਰ ਇਹ ਡਾਇਰੈਕਟ ਜਿਹੜੇ ਆਪਸ 'ਚ ਇਕੁਅਲ ਹੈ। ਸੋ ਆਰਕ ਜਿਹੜੀ ਆ ਆਰਕ ਹੈ ਇੱਥੋਂ ਲੈ ਕੇ ਇੱਥੋਂ ਤੱਕ, ਜਿਹੜਾ ਕਿ ਸਰਕਮਫਰੈਂਸ ਦਾ ਇੱਕ ਛੋਟਾ ਜਿਹਾ ਪਾਰਟ ਹੈ, ਉਹਨੂੰ ਆਪਾਂ ਆਰਕ ਕਹਿੰਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਚਾਪ, ਕਹਿ ਦਿੰਦੇ ਉਹਨੂੰ ਪੰਜਾਬੀ 'ਚ ਨਾ, ਚਾਪ ਕਹਿੰਦੇ ਨਾ, ਚਾਪ ਲਗਾਈ, ਪ੍ਰਕਾਰ ਖੋਲ ਕੇ ਇੱਕ ਚਾਪ ਲਗਾਈ, ਉਹਨੂੰ ਅਸੀਂ ਇੰਗਲਿਸ਼ 'ਚ ਆਰਕ ਕਹਿੰਦੇ। ਸੋ ਇਹ ਜਿਹੜੀ ਚਾਪ ਹੈ ਜਾਂ ਆਰਕ ਹੈ ਉਹ ਡਿਵਾਈਡਡ ਬਾय ਰੇਡੀਅਸ, ਰੇਡੀਅਸ ਨੂੰ ਕਹਿੰਦੇ ਅਰਧ ਵਿਆਸ। ਸੋ ਜਦੋਂ ਇਸ ਚਾਪ ਨੂੰ ਅਰਧ ਵਿਆਸ ਦੇ ਨਾਲ ਭਾਗ ਕਰਾਂਗੇ ਤਾਂ ਜਿਹੜਾ ਸਾਡੇ ਕੋਲ ਕੋਣ ਆਏਗਾ, ਜਿਹੜਾ ਐਂਗਲ ਆਏਗਾ, ਠੀਕ ਹੈ, ਉਹ ਥੀਟਾ ਆ ਜਾਏਗਾ, ਤੇ ਇਹ ਇਹਨਾਂ ਦੇ ਵਿੱਚ ਰਿਲੇਸ਼ਨਸ਼ਿਪ ਹੈ। ਸੋ ਇਹੀ ਫਾਰਮੂਲਾ ਅਸੀਂ ਇਹਦੇ 'ਚ ਮਤਲਬ ਇਹਨੂੰ ਅਸੀਂ ਯੂਜ਼ ਕਰਾਂਗੇ, ਆਰਕ ਓਵਰ, ਯਾਦ ਰੱਖਿਓ ਕਿਹੜਾ ਫਾਰਮੂਲਾ ਦੱਸਿਆ ਸੀ ਹੁਣੇ ਮੈਂ ਦੱਸਿਆ ਸੀ, ਆਰਕ डिवाइडेड बाय रेडियस इज इक्वल टू थीटा, ठीक है। सो आर्क कितनी है? 1.276 इंटू 10⁻⁷ डिवाइडेड बाय रेडियस कितना है अभी फाइंड करना, क्योंकि यार रेडियस है, ठीक है। तो एंगल कितना है? 1 डिग्री 54 मिनट्स। ਹੁਣ ਅਸੀਂ ਪਹਿਲਾਂ ਜਦੋਂ ਫਸਟ ਕੁਐਸਚਨ ਕੀਤਾ ਸੀਗਾ ਉਹਦੇ 'ਚ ਅਸੀਂ ਕਨਵਰਟ ਕੀਤਾ ਸੀ ਨਾ ਡਿਗਰੀ ਨੂੰ, ਆਪਾਂ ਕਿੱਦਾਂ ਕਨਵਰਟ ਕਰਨਾ ਰੇਡੀਅਨ ਦੇ ਵਿੱਚ। ਸੋ ਯਾਦ ਕਰੋ, ਜੇ ਆਪਾਂ ਇਹਦੇ ਮਿੰਟਸ ਬਣਾ ਲਈਏ, ਕਿਉਂਕਿ 1 ਡਿਗਰੀ ਤੇ 54 ਮਿੰਟਸ ਹੈ, 1 ਡਿਗਰੀ ਬਰਾਬਰ ਕਿੰਨੇ ਮਿੰਟਸ ਹੁੰਦਾ ਸੀਗਾ? 1 डिग्री इज इक्वल टू 60 मिनट्स। सो 60 ਤਾਂ ਇਹ ਹੋ ਗਏ 1 डिग्री ਦੇ, ਠੀਕ ਹੈ, ਪਲੱਸ 54 ਇਹ ਹੈ, ਸੋ ਟੋਟਲ ਕਿੰਨੇ ਬਣ ਗਏ? 6 + 5 11, 154 ਮਿੰਟਸ ਬਣ ਗਏ ਇਹ, ਠੀਕ ਹੈ ਨਾ। ਸੋ 154 ਮਿੰਟਸ ਨੂੰ ਅਸੀਂ ਕਿਹਦੇ 'ਚ ਕਨਵਰਟ ਕਰਨਾ? ਰੇਡੀਅਨ 'ਚ। ਸੋ ਸਾਡੇ ਕੋਲ ਸੀਗਾ 60 ਮਿੰਟ ਇਜ਼ ਇਕੁਅਲ ਟੂ ਹਾਊ ਮੈਨੀ ਰੇਡੀਅਨਸ? 0.745 ਇਨਟੂ 10⁻⁻² ਰੇਡੀਅਨ, ਇੰਨੀ ਵੈਲਿਊ ਸੀਗੀ, ਤੇ ਅਸੀਂ ਫਾਈਂਡ ਕਿਹਦੀ ਕਰਨੀ? 114 ਦੀ। ਸੋ 1 ਮਿੰਟ ਇਜ਼ ਇਕੁਅਲ ਟੂ, ਇਹਨੂੰ ਡਿਵਾਈਡ ਕਰ ਦਿਓ 60 ਨਾਲ, 1.745 डिवाइडेड बाय 60 इंटू 10⁻⁻², तो ਅਸੀਂ फाइंड करनी 114 ਦੀ। सो 114 मिनट इज इक्वल टू 1.745 डिवाइडेड बाय 60 इंटू 114 इंटू 10⁻⁻²। सो ਇਹ ਵੈਲਿਊ ਜਿਹੜੀ ਹੈ ਇਹ ਐਟ ਲਾਸਟ ਜਿਹੜੀ ਹੈ ਮੇਰੇ ਕੋਲ ਆ ਗਈ। ਸੋ ਇਹ ਵੈਲਿਊ ਆ ਗਈ ਮੇਰੇ ਕੋਲ 3.32 इंटू 10⁻⁻² ਦੇ ਬਰਾਬਰ ਆ ਗਈ, ਠੀਕ ਹੈ। ਸੋ ਇਹ ਦੋਨੇ ਵੈਲਿਊਜ਼ ਜਿਹੜੀਆਂ ਹੈ ਇਹ ਤਾਂ ਮੈਂ ਫਾਈਂਡ ਕੀਤਾ ਸੀਗਾ
ਸੋ ਹੁਣ ਬੇਟੇ ਅਸੀਂ ਇਹ ਵੈਲਿਊ 114 ਮਿੰਟ ਦੀ, ਠੀਕ ਹੈ, ਤੇ ਦੂਜੀ ਵੈਲਿਊ ਕਾਹਦੀ ਸੀਗੀ, ਇੱਕ ਵੈਲਿਊ ਸਾਡੇ ਕੋਲ ਆਲਰੇਡੀ ਹੈਗੀ ਹੈ, ਜਿਹੜਾ ਆਹ ਸਾਡੇ ਕੋਲ ਸਮਾਲ d ਹੈ। ਇਹ ਦੋਨੇ ਵੈਲਿਊਜ਼ ਅਸੀਂ ਇੱਥੇ ਫਾਰਮੂਲੇ 'ਚ ਪੁੱਟ ਕਰ ਦਿਆਂਗੇ। ਜਦੋਂ ਅਸੀਂ ਬੇਸਿਕ ਫਾਰਮੂਲੇ 'ਚ ਪੁੱਟ ਕਰਾਂਗੇ, ਸੋ ਬੇਸਿਕ ਫਾਰਮੂਲਾ ਹੈ ਆਰਕ ਓਵਰ ਰੇਡੀਅਸ ਇਕੁਅਲ ਟੂ ਐਂਗਲ, ਠੀਕ ਹੈ ਨਾ। ਸੋ ਆਰਕ ਕਿੰਨੀ ਹੈ ਮੇਰੇ ਕੋਲ, ਆਰਕ ਹੈ 1.276 into 10⁻⁷ ਤੇ ਡਿਵਾਈਡਡ ਬਾਈ ਰੇਡੀਅਸ ਕਿੰਨਾ ਮੇਰੇ ਕੋਲ ਫਾਈਂਡ ਕਰਨਾ, ਤੇ ਥੀਟਾ ਕਿੰਨਾ ਆ ਗਿਆ, ਹੁਣੇ ਅਸੀਂ ਫਾਈਂਡ ਕੀਤਾ ਸੀ 114 ਮਿੰਟਸ ਇਕੁਅਲ ਟੂ 3.32 into 10⁻²। ਸੋ ਜਦੋਂ ਆਪਾਂ d ਫਾਈਂਡ ਕਰਨਾ ਹੈ ਤਾਂ d ਇਕੁਅਲ ਟੂ ਆ ਜਾਣਾ ਸਾਡੇ ਕੋਲ, d ਇੱਥੇ ਚੱਲ ਗਿਆ 3.32 ਥੱਲੇ ਆ ਜਾਣਾ 1.276 into 10⁻⁷ ਡਿਵਾਈਡਡ ਬਾਈ 3.32 into 10⁻²। ਠੀਕ ਹੈ। ਸੋ ਜਦੋਂ ਇਹ ਕੈਲਕੂਲੇਸ਼ਨ ਅਸੀਂ ਕਰਾਂਗੇ ਤਾਂ ਇਹ ਜਿਹੜਾ d ਹੈ ਇਹਦੀ ਵੈਲਿਊ ਮੇਰੇ ਕੋਲ ਆ ਜਾਏਗੀ ਲਗਭਗ 3.84 into 10⁸ ਮੀਟਰ into 10⁸ ਮੀਟਰ। ਸੋ ਇਹ ਆਪਾਂ ਇਸਦਾ ਡਿਸਟੈਂਸ ਫਾਈਂਡ ਕਰ ਰਹੇ ਹਾਂ, ਠੀਕ ਹੈ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਕੈਲਕੂਲੇਸ਼ਨ ਕਰ ਲਓਗੇ ਖੁਦ, ਕਿਉਂਕਿ ਕੋਈ ਬਹੁਤ ਜ਼ਿਆਦਾ ਕੰਪਲਿਕੇਟਡ ਨਹੀਂ ਹੈ। ਇਹ ਜਿਹੜਾ 10⁻² ਉੱਪਰ ਜਾ ਕੇ +2 ਹੋ ਜਾਣਾ, 7 + 2 9 ਬਣ ਜਾਣੇ, ਉਹਨਾਂ ਚੋਂ ਇੱਕ 0 ਤੁਸੀਂ ਇੱਧਰ ਯੂਜ਼ ਕਰ ਲੈਣੀ, ਕਿਉਂਕਿ ਇੱਥੇ 1 ਪੁਆਇੰਟ ਹੈ, ਇੱਥੇ 3 ਪੁਆਇੰਟ ਹੈ, ਠੀਕ ਹੈ ਨਾ। ਤੇ 3 4 ਦਾ 12 ਹੁੰਦਾ ਨਾ, ਸੋ ਇੱਥੇ 332 ਹੈ, ਇੱਥੇ 1276 ਹੈ। ਸੇ 1276 ਨੂੰ 332 ਨਾਲ ਭਾਗ ਕਰੋਗੇ ਤਾਂ ਪਹਿਲੀ ਵਾਰੀ 3 ਨਾਲ ਹੀ ਜਾਊਗਾ ਨਾ, ਜਦੋਂ 300 ਗੁਣਾ 3 900 ਹੁੰਦਾ, 300 ਗੁਣਾ 4 1200 ਹੁੰਦਾ। ਸੋ ਜਦੋਂ 4 ਨਾਲ ਕਰੋਗੇ ਤਾਂ ਇਹਦੇ ਨਾਲ ਵੱਧ ਜਾਏਗਾ। ਸੋ ਇਸ ਕਰਕੇ ਇਹਦਾ ਆਨਸਰ ਲਗਭਗ 3.84 into 10⁸ ਮੀਟਰ ਆ ਜਾਏਗਾ। ਸੋ ਇਹ ਤੁਸੀਂ ਟਰਾਈ ਕਰਨਾ ਕੈਲਕੂਲੇਸ਼ਨ ਖੁਦ ਕਰਨ ਦੀ, ਠੀਕ ਹੈ। ਮੈਂ ਬਾਰ-ਬਾਰ ਇਹੀ ਗੱਲ ਕਹਿ ਰਿਹਾ, ਇਹ ਤਾਂ ਹੀ ਜਦੋਂ ਤੁਸੀਂ ਇਹ ਕੈਲਕੂਲੇਸ਼ਨ ਖੁਦ ਕਰੋਗੇ ਬਾਰ-ਬਾਰ ਤਾਂ ਹੀ ਤੁਸੀਂ ਪੇਪਰ 'ਚ ਕਰ ਸਕੋਗੇ ਫਾਸਟਲੀ, ਕਿਉਂਕਿ ਉੱਥੇ ਟਾਈਮ ਲਿਮਟਡ ਹੁੰਦਾ ਤੁਹਾਡੇ ਕੋਲ, ਠੀਕ ਹੈ। ਸੋ ਤੁਸੀਂ ਫਾਸਟ ਕਰਨਾ ਨੂਮੈਰੀਕਲ ਨੂੰ, ਕੈਲਕੂਲੇਸ਼ਨ ਫਟਾਫਟ ਕਰਨੀ। ਸੋ ਵੱਧਦੇ ਹਾਂ ਅਸੀਂ ਅਗਲੇ ਕੁਐਸਚਨ ਵੱਲ। ਨੈਕਸਟ ਕੁਐਸਚਨ ਦੇਖੋ, ਸਟੇਟਮੈਂਟ ਦੇਖੋ ਤੁਹਾਡੀ ਸਕਰੀਨ ਤੇ ਆ ਗਈ ਹੋਣੀ। ਸੋ ਸਟੇਟਮੈਂਟ ਬੇਟੇ ਸਭ ਤੋਂ ਪਹਿਲਾਂ ਸਟੇਟਮੈਂਟ ਬੜੀ ਧਿਆਨ ਨਾਲ ਪੜ੍ਹਨੀ, ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ, ਜੋ ਜੋ ਗਿਵਨ ਹੈ ਉਹ ਨੋਟ ਕਰ ਲਓ ਆਪਣੀਆਂ ਨੋਟਬੁੱਕਸ ਦੇ ਵਿੱਚ। ਸੋ ਸਟੇਟਮੈਂਟ ਹੈ ਦ ਸਨਸ ਐਂਗੂਲਰ ਡਾਇਮੀਟਰ ਇਜ਼ ਮੈਜ਼ਰਡ ਟੂ ਬੀ 1920 ਸੈਕਿੰਡਸ, 2 ਡੈਸ਼ ਹੈ ਇਹਦੇ ਤੇ, ਸੋ ਇਹਦਾ ਮਤਲਬ ਸੈਕਿੰਡਸ ਹੈ ਇਹ। The distance capital D of the sun from the earth is 1.496 into 10⁻11 ਮੀਟਰ, ਠੀਕ ਹੈ। ਤੇ ਇਹ ਹੈ ਸਾਡੇ ਕੋਲ ਸਨ ਦਾ ਅਰਥ ਤੋਂ ਡਿਸਟੈਂਸ ਦਿੱਤਾ ਹੋਇਆ। ਤੇ what is the diameter of the sun? ਸੋ ਅਸੀਂ ਇਹਦੇ ਚ ਸਨ ਦਾ ਡਾਇਮੀਟਰ ਪਤਾ ਕਰਨਾ, ਸੂਰਜ ਦਾ ਡਾਇਮੀਟਰ ਪਤਾ ਕਰਨਾ। ਸੋ ਅਸੀਂ ਪਹਿਲਾਂ ਡਾਇਗਰਾਮ ਬਣਾਈਏ। ਸੋ ਡਾਇਗਰਾਮ ਜਿਹੜੀ ਹੈ ਇਹ ਸਨ ਹੈ, ਠੀਕ ਹੈ। ਸੋ ਇਹ ਇਹਦਾ ਡਾਇਮੀਟਰ ਹੈ ਸਨ ਦਾ। ਸੋ ਅਸੀਂ ਡਾਇਮੈਟ੍ਰਿਕਲੀ ਜਿਹੜੇ 2 ਪੁਆਇੰਟਸ ਹੈ ਆਹ, ਇਹਨਾਂ ਦੋਨਾਂ ਪੁਆਇੰਟਸ ਨੂੰ ਅਸੀਂ ਇੱਥੋਂ ਅਰਥ ਤੋਂ ਠੀਕ ਹੈ ਨਾ। ਸੋ ਇਸ ਤਰ੍ਹਾਂ ਇਹ ਅਸੀਂ ਇੱਕ ਪੁਆਇੰਟ ਦੇ ਉੱਤੋਂ, ਇਹ ਪੁਆਇੰਟ ਕਿੱਥੇ ਹੈ, ਅਰਥ ਦੇ ਉੱਪਰ ਕਿਤੇ ਪੁਆਇੰਟ ਹੈ ਇਹ, ਜਿਹਨੂੰ ਅਸੀਂ ਆਬਜ਼ਰਵੇਸ਼ਨ ਪੁਆਇੰਟ ਕਹਿੰਦੇ ਹੁੰਦੇ, ਠੀਕ ਹੈ। ਸੋ ਇਹ ਸਨ ਦਾ ਡਾਇਮੀਟਰ ਹੈ, ਜਿਹੜਾ ਇਹ ਅਰਥ ਤੋਂ ਲੈ ਕੇ, ਇਹ ਅਰਥ ਹੈ ਤੇ ਇਹ ਸਨ ਹੈ। ਸੋ ਇੱਥੇ ਜਿਹੜੀ ਇਹ ਡਿਸਟੈਂਸ ਹੈ ਇਹ ਸਾਡੇ ਕੋਲ ਇੱਕ ਤਾਂ ਇਹ ਐਂਗਲ ਹੈ, ਆ ਐਂਗਲ ਜਿਹੜਾ ਥੀਟਾ ਹੈ ਇਹਦੀ ਵੈਲਿਊ ਕਿੰਨੀ ਹੈ 1920 ਸੈਕਿੰਡਸ, 1920 ਸੈਕਿੰਡਸ ਇਸ ਥੀਟਾ ਦੀ ਵੈਲਿਊ ਹੈ। ਤੇ ਜਿਹੜਾ ਡਿਸਟੈਂਸ ਫਰੋਮ ਅਰਥ ਟੂ ਸਨ ਹੈ ਉਹ ਹੈ 1.496 into 10⁻11 ਮੀਟਰ, ਠੀਕ ਹੈ ਨਾ। ਸੋ ਇਹ ਜਿਹੜਾ ਡਿਸਟੈਂਸ ਹੈ ਇੱਥੋਂ ਲੈ ਕੇ ਇੱਥੋਂ ਤੱਕ ਦਾ ਡਿਸਟੈਂਸ ਹੈ, ਇੱਥੋਂ ਤੱਕ ਦਾ ਡਿਸਟੈਂਸ। ਸੋ ਆਹ ਡਿਸਟੈਂਸ ਅਸੀਂ ਪਤਾ ਕਰਨਾ, ਇਹ ਵਾਲਾ ਡਿਸਟੈਂਸ ਜਿਹੜਾ ਹੈ, ਆਹ ਡਿਸਟੈਂਸ ਜਿਹੜਾ ਹੈ ਇਹ ਅਸੀਂ ਫਾਈਂਡ ਆਊਟ ਕਰ। ਇਸ ਡਿਸਟੈਂਸ ਨੂੰ ਆਪਾਂ ਕੈਪੀਟਲ D ਕਹਿ ਦਿੱਤਾ, ਠੀਕ ਹੈ। ਤੇ ਜਿਹੜਾ ਡਾਇਮੀਟਰ ਆਫ ਦਾ ਸਨ ਹੈ ਤੇ ਉਹਨੂੰ ਅਸੀਂ ਇੱਥੇ ਸਮਾਲ d ਕਹਿਤਾ, ਤੇ ਐਂਗਲ ਨੂੰ ਆਪਾਂ ਥੀਟਾ ਕਹਿਤਾ। ਸੋ ਬੇਟੇ ਫੇਰ ਉਹੀ ਗੱਲ ਆ ਗਈ ਕਿ 3 ਚੀਜ਼ਾਂ ਸਾਡੇ ਕੋਲ ਬੇਸਿਕਲੀ, ਇੱਕ ਸਾਡੇ ਕੋਲ ਆਰਕ ਹੈ, ਇੱਕ ਸਾਡੇ ਕੋਲ ਰੇਡੀਅਸ ਹੈ ਤੇ ਇੱਕ ਸਾਡੇ ਕੋਲ ਐਂਗਲ ਹੈ।
मैं एक बार फिर तुहानूं दोबारा पिछली बार की तरह मैं तुहानूं बना के दिखा दिंदा। सो डायग्राम जिहड़ी असीं बनांदे हो मैं तुहानूं दस्सिया सी कि मान लो किसी पॉइंट नूं असीं सेंटर मान लिया, तो इस सेंटर नूं मान के जदों असीं कोई भी सर्कल ड्रॉ करते हैं, ठीक है, इस जगह नूं असीं सेंटर मन्निया सी, एक असीं सर्कल ड्रॉ किया। सर्कल के उपर किते भी असीं दो पॉइंट्स लै ले, जिहड़े आ दो पॉइंट्स ले इन्हां नूं आपां कहंदे आर्क या पंजाबी च इहनूं कहंदे चाप। ते जिहड़ा सेंटर तो लैके आ दूरी है साडे कोल ये वाली दूरी है जिहड़ी आह, इहनूं असीं कह दिंदे रेडियस, ते जिहड़ा ए है इहनूं असीं कह दिंदे एंगल। सो इन्हां तिन्नां दे विच क्या रिलेशन है? इन्हां तिन्नां च रिलेशन है आर्क डिवाइडेड बाय रेडियस इज इक्वल टू एंगल। सो इत्थे भी ਉਹੀ चीज़ आए जे तुसीं ध्यान नाल देखो तो इस डायग्राम ਨੂੰ ਜੇ ਆਪਾਂ ਇਹਦੇ ਨਾਲ ਕੰਪੇਅਰ ਕਰੀਏ, मैं ਤੁਹਾਨੂੰ जिस तरह पहला दस्सिया सी कि ਜਿਹੜੀ ਇਹ ਆਰਕ है और ਜੇ ਆਪਾਂ ਇਹਨੂੰ डायरैक्टली मिला दईए इदां एक पॉइंट ਨਾਲ दूसरे पॉइंट ਨਾਲ डायरैक्ट मिला दईए और आर्क ਦੇ थ्रू जाइए, क्योंकि ये रेडियस बहुत ਵੱਡਾ है, इस करके ਇਹਨਾਂ ਦੋਨਾਂ ਚ ਆਪਾਂ ਕਹਿੰਦੇ कि ਨੈਗਲੀਜੀਬਲ डिफरेंस हैगा, ਇਹਦੇ ਚ ਨੈਗਲੀਜੀਬਲ डिफरेंस है। सो इस करके जो असीं इत्थों भी इनू आर्क लगाई तो यह हल्की जे इस तरह की आर्क बनेगी इत्थे, जो असीं इनू सर्कल नूं इत्थों इनू सेंटर मान के सर्कल इहदा कंप्लीट करांगे। सो असीं बेसिकली पता क्या करना, असीं इत्थे आर्क की लेंथ पता करनी, क्योंकि ये जिहड़ा जिहड़ा सन दा डायमीटर है ये इस आर्क जिहड़ी इस पॉइंट नूं सेंटर मान के जिहड़ा सर्कल लगाया गया आ दो पॉइंट के विच जिन्नी आर्क है उही डायमीटर होएगा सन दा। सो ਆਪਾਂ ਇਹਨੂੰ ਅੱਗੇ ਲਿਖਦੇ ਆ। सो मेरे को आ गया बेसिक फार्मूला, आप पहला लिख लीजिए। सो बेसिक फार्मूला है आर्क डिवाइडेड बाय रेडियस इज इक्वल टू एंगल, ठीक है। सो आर्क कितनी है मेरे को, आर्क मैं पता करनी, क्योंकि डायमीटर ऑफ द सन तो मैं पता करना। सो वही आर्क है मेरे को। रेडियस जिहड़ा है, क्योंकि ये सेंटर है इत्थों तक का रेडियस हो गया, इनू मान के असीं इदां सर्कल लगांदे। सो कैपिटल डी हो गया, जिहड़ा कि डिस्टेंस ऑफ द सन फ्रॉम अर्थ है वो कैपिटल डी हो गया, तो एंगल जिहड़ा हो गया वो थीटा हो गया। तो डी असीं फाइंड करना स्मॉल डी, कैपिटल डी की वैल्यू सानूं दित्ती हुई 1.496 इंटू 10⁻11 तो इज इक्वल टू थीटा। हुण थीटा जिहड़ा है वो साडे कोल है 1920 मिनट्स। तो असीं पहला भी ये गल कर चुके हैं कि जिहड़ा एंगल है उहनूं आपां किहड़ी यूनिट दे विच लैणा, उहनूं आपां लैणा रेडियन दे विच, ठीक है। सो असीं इहनूं रेडियन च कन्वर्ट करांगे, 1920 सैकेंड्स नूं रेडियन च कन्वर्ट करांगे। सो जिहड़ा इहदा फार्मूला सीगा आपां फर्स्ट क्वेश्चन दे विच कीता सीगा कि जिहड़ा 1 सेकंड है जिहड़ा वो इज इक्वल टू काहदे है, वो है 4.85 इंटू 10⁻⁻6 रेडियन दे। जिहड़ा 1 सेकंड है उस इक्वल टू काहदे 4.85 इंटू 10⁻⁻6 रेडियन दे। असीं फर्स्ट क्वेश्चन दे विच कीता सीगा। सो जे असीं 1920 सेकंड्स पता करना होवे तो सिंपली जिहड़ा ये वैल्यू इहदे मल्टीप्लाई हो जाएगी। सो इत्थे आ गया 4.85 इंटू 10⁻⁻6। सो जो असीं डी फाइंड करना डायमीटर ऑफ द सन, सो डी इज इक्वल टू क्या आ जाएगा, ये ऑलरेडी वैल्यू है साडे कोल 1920 इंटू 4.85 इंटू 10⁻⁻6 इंटू ये वैल्यू जाके उत्थे मल्टीप्लाई हो जाएगी। सो कितनी आ गई ये वैल्यू मेरे को 1.496 इंटू 10⁻11। सो जो इन्होंने सारे असीं मल्टीप्लाई कर देंगे, कैलकुलेट कर देंगे, तो साडे कोल लास्ट में जिहड़ी वैल्यू आएगी वो आ जाएगी 1.39 इंटू 10⁻9 मीटर। सो दिस इज द डायमीटर ऑफ द सन। सो इस तरह से कैलकुलेट कर। सो बेटे प्रैक्टिस करते रहना, कैलकुलेशन सारियां आप अपने हत्थ नाल करनी है, ठीक है। सिर्फ ये देख के अपनी मतलब सिर्फ देख के सैटिस्फाई नहीं हो जाना कि सर ने करता और असी देख लिया साडा काम खत्म है, नहीं।
ਦੇਖ ਕੇ ਪ੍ਰੈਕਟਿਸ ਕਰਨੀ, ਖੁਦ ਸੋਲਵ ਕਰਨਾ, ਆਪਣੇ ਹੱਥਾਂ ਨਾਲ ਸਾਰੀਆਂ ਕੈਲਕੂਲੇਸ਼ਨ ਕਰਨੀਆਂ, ਤਾਂ ਹੀ ਤੁਸੀਂ ਪੇਪਰ 'ਚ ਸੋਲਵ ਕਰੋਗੇ। ਤਾਂ ਇਹੀ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ। ਸੋ ਪੜ੍ਹਦੇ ਰਹੋ, ਮਿਹਨਤ ਕਰਦੇ ਰਹੋ। ਆਲ ਦੀ ਬੈਸਟ।